स्वागत देश विदेशों में बैठे सारे दर्शकों का स्वागत करते हैं प्रोग्राम गल्लां ते गीत विच। मैं हाँ नीतू। बुराई ते अच्छाई दी जित, झूठ ते सच्चाई दी जित, माण ना करो अपने गुणां ते क्योंकि यही है इस त्योहार दी रीत। कहते हैं कि दुशहरा अज खास तौर पर पूरे भारत दे विच मनाया जा रहा है और सब तो पहला तुहानू दूरदर्शन की पूरी टीम के वलों इस त्यौहार दियां, इस पावन पवित्र त्यौहार दियां बहुत बहुत मुबारक देने आ। कहते हैं कि हर एक त्यौहार भारतीय संस्कृति के जेकर असीं गल करिए तो उहदा एक अपना महत्व है, अपनी एक पछाण है। गल करदे हां जदों असीं दुशहरे दी, तो दुशहरा एक नवांपन लैके आंदा है क्योंकि मौसम का बदलाव भी हुंदा है। कहते हैं कि हर एक बुराई के उत्ते अच्छाई की जित हमेशा होंदी है, भावें देर होवे ते भावें सवेर होवे। और त्यौहार भी साडे वास्ते कुछ इहो जिहियां खुशियां, इहो जी उमंग ते इहो जिहा उल्लास ते अपनापन लैके आते हैं। खास तौर पर जदों असीं दशहरे की गल करते हैं, श्री रामचंद्र दा जिक्र होंदा है, रावण का भी जिक्र होंदा है। कहते हैं हर एक चंगी चीज़ दे नाल एक बुरी चीज़ जरूर जुड़ी होंदी है। निक्की जी गलती दे करके कई बार सानू कई सदियां तक या कह लो कई पीढ़ियां तक बहुत गल्लां ने जिहड़ियां भुगतनियां पैंदियां ने। तो कुछ इहो जिहियां गल्लां इस त्यौहार के बाबत ने, ये सानू दसदा है इहदे विच की है इस त्यौहार की महत्ता, तुहाडे नाल अज असीं इस प्रोग्राम के राहीं सांझी करांगे। कहते हैं त्यौहार भारतीय सभ्यता का प्रतीक ने। ਅਸੀਂ ਵੇਖਦੇ ਹਾਂ कि कोई भी त्यौहार आने वाला होवे तां उस दियां तैयारियां 2-3 महीने पहला ही शुरू हो जांदियां ने। जदों इन्हां नाल गल कीती जांदी है, ये जिहड़े रावण नूं बनाउंदे ने जां अपने किसी भी तरह की किसी भी तैयारी नूं पहलां शुरू करदे ने, अक्सर ये कहंदे ने कि 2-2 महीने पहलां असीं इस नूं बनाउण लग पैंदे आ। किन्नी ज़्यादा मेहनत ते किन्नी ज़्यादा मुशद्दत ते कोशिश दे नाल ये त्यौहार असी मनाउंदे आ। सो अज इस त्यौहार के बाबत असी जे गल करिए अपने त्यौहार दुशहरे की किद्दां मनाया जाता, की है इसका महत्व, इस सब के बारे
ਗੱਲਬਾਤ ਕਰਨ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਡਾਕਟਰ ਸਤੀਸ਼ ਕਪੂਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਇਹ ਸਿੱਖਿਆ ਸ਼ਾਸਤਰੀ ਹੋਣ ਦੇ ਨਾਲ ਬਹੁਤ ਸਾਰੇ ਆਰਟੀਕਲ ਅਲੱਗ-ਅਲੱਗ ਅਖਬਾਰਾਂ ਦੇ ਵਿੱਚ ਛਪਦੇ ਰਹਿੰਦੇ ਨੇ। ਬਹੁਤ ਸਾਰੇ ਇਹੋ ਜਿਹੇ ਕਹਿ ਲਈਏ ਅਸੀਂ ਆਰਟੀਕਲਾਂ ਦੇ ਨਾਲ ਸਕ੍ਰਿਪਟ ਰਾਈਟਰ ਵੀ ਨੇ। ਰੇਡੀਓ ਔਰ ਦੂਰਦਰਸ਼ਨ ਦੇ ਵਿੱਚ ਮੌਕੇ ਤੇ ਆਉਂਦੇ ਰਹਿੰਦੇ ਨੇ। ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਨੇ ਤੇ 8 ਦੇ ਕਰੀਬ ਕਿਤਾਬਾਂ ਵੀ ਜਿਹੜੀਆਂ ਨੇ ਹੁਣ ਤੱਕ ਸਾਨੂੰ ਦੇ ਚੁੱਕੇ ਨੇ। ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸਰ ਤੁਹਾਡਾ ਸਟੂਡੀਓ ਦੇ ਵਿੱਚ। ਸਤੀਸ਼ ਕਪੂਰ ਜੀ, ਮਹੱਤਤਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਖਾਸ ਤੌਰ ਤੇ ਸਾਡੇ ਅੱਜ ਦੇ ਇਸ ਪਾਵਨ ਪਵਿੱਤਰ ਤਿਉਹਾਰ ਦੀ, ਦੁਸ਼ਹਿਰੇ ਦੀ, ਤਾਂ ਭਾਰਤੀ ਸੰਸਕ੍ਰਿਤੀ ਦੇ ਵਿੱਚ ਇਹਦਾ ਕੀ ਮਹੱਤਵ ਹੈ? ਭਾਰਤੀ ਸੰਸਕ੍ਰਿਤੀ ਬਾਰੇ ਅਗਰ ਗੱਲ ਕੀਤੀ ਜਾਏ ਜੀ ਤੇ ਸ਼ਾਇਦ ਸਾਡੇ ਜਿਹੜੇ ਪਰਵ, ਵਰਤ, ਤਿਉਹਾਰ, ਇਹਨਾਂ ਦੇ ਬਿਨਾਂ ਇਹ ਚਰਚਾ ਅਧੂਰੀ ਰਹੇਗੀ। ਇਹ ਸਾਡੀ ਸੰਸਕ੍ਰਿਤੀ ਦੇ ਪ੍ਰਤੀਕ ਹਨ, ਸਾਡੀ ਸਭਿਅਤਾ ਦੇ ਪ੍ਰਤੀਕ ਹਨ ਔਰ ਜਦੋਂ ਹਰ ਸਾਲ ਇਹਨਾਂ ਨੂੰ ਮਨਾਉਂਦੇ ਹਾਂ ਤੇ ਇਹ ਸਾਨੂੰ ਆਪਣੇ ਵਿਰਸੇ ਦੇ ਨਾਲ ਜੋੜਦੇ ਹਨ ਜੀ। ਇਹ ਜਿਹੜੀ ਸਾਡੀ ਰਿਚ ਕਲਚਰਲ ਹੈਰੀਟੇਜ, ਸੰਸਕ੍ਰਿਤਿਕ ਵਿਰਾਸਤ ਹੈ ਜੀ, ਉਹਦੇ ਨਾਲ ਅਸੀਂ ਜੁੜਦੇ ਹਾਂ ਜਦੋਂ ਹਰ ਸਾਲ ਇਸ ਨੂੰ ਅਸੀਂ ਮਨਾਉਂਦੇ ਹਾਂ ਜੀ। ਕਿਉਂਕਿ ਸਾਡੀ ਸੰਸਕ੍ਰਿਤੀ ਦਾ ਜਿਹੜਾ ਇਤਿਹਾਸ ਹੈ, ਜਿਹੜਾ ਬੇਸਿਸ ਹੈ, ਉਹ ਇਸ ਚੀਜ਼ 'ਚ ਹੈ ਕਿ ਬੁਰਾਈ ਨੂੰ ਜਿੱਤਣਾ, ਬੁਰਾਈ ਨੂੰ ਹਰਾਣਾ ਔਰ ਅੱਛਾਈ ਦੀ ਫਤਿਹ ਕਰਵਾਉਣੀ, ਧਰਮ ਦਾ ਨਾਸ਼ ਔਰ ਧਰਮ ਦਾ ਵਿਕਾਸ ਔਰ ਅਨਿਆਏ ਦਾ ਖਾਤਮਾ ਔਰ ਨਿਆਏ ਦੇ ਸਮਾਜ ਦੀ ਸਥਾਪਨਾ ਕਰਨੀ। ਅਸਤੋ ਮਾ ਸਦਗਮਿਓ ਤਮਸੋ ਮਾ ਜੋਤਿਰਗਮਿਓ ਮ੍ਰਿਤਯੁਰ ਮਾ ਅੰਮ੍ਰਿਤਮ ਗਮਿਓ। ਮ੍ਰਿਤਯੂ ਤੋਂ ਲੈ ਕੇ ਜੀਵਨ ਤੱਕ ਦੀ ਜਿਹੜੀ ਇਹ ਕਹਾਣੀ ਹੈ, ਝੂਠ ਤੋਂ ਲੈ ਕੇ ਸੱਚਾਈ ਤੱਕ ਦੀ ਜਿਹੜੀ ਕਹਾਣੀ ਹੈ ਔਰ ਅਨਿਆਏ ਤੋਂ ਅਨਿਆਏ ਤੱਕ ਦੀ ਜਿਹੜੀ ਇਹ ਕਹਾਣੀ ਹੈ, ਯਾਨੀ ਕਿ ਇਹਦੀ ਸਮਾਪਤੀ ਦੀ ਜਿਹੜੀ ਕਹਾਣੀ ਹੈ, ਉਹ ਦੁਸਹਿਰੇ ਦੇ ਨਾਲ ਜੁੜੀ ਦੀ ਹੈ ਜੀ। ਆਮ ਤੌਰ ਤੇ ਦੁਸਹਿਰੇ ਨੂੰ ਵਿਜੇ ਦਸ਼ਮੀ ਵੀ ਕਿਹਾ ਜਾਂਦਾ ਹੈ ਜੀ। ਹੁਣ ਦਰਸ਼ਕਾਂ ਲਈ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹ ਆਸ਼ਵਿਨ ਸ਼ੁਕਲ ਪਕਸ਼ ਦੇ ਵਿੱਚ ਦਸ਼ਮੀ ਦੇ ਦਿਨ ਮਨਾਇਆ ਜਾਂਦਾ ਹੈ ਕਿਉਂਕਿ ਤਿਉਹਾਰ ਜਿਹੜਾ ਹੈ ਇਹ ਤਿਥੀ ਔਰ ਵਾਰ ਦੋ ਸ਼ਬਦਾਂ ਦਾ ਮਿਲਿਆ ਹੋਇਆ ਅਪਭ੍ਰੰਸ਼ ਹੈ ਜੀ। ਦਸ਼ਮੀ ਯਾਨੀ ਕਿ 10th ਔਰ ਇਹ ਦੁਸਹਿਰਾ ਜਿਹੜਾ ਹੈ ਇਸ ਨੂੰ ਵਿਜੇ ਦਸ਼ਮੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਵਿਜया ਇੱਕ ਮਹੂਰਤ ਦਾ ਵੀ ਨਾਮ ਹੈ ਜੀ ਔਰ ਵਿਜया ਜਿਹੜਾ ਹੈ ਮਾਂ ਭਗਵਤੀ ਜਿਹਨੂੰ ਅਸੀਂ ਦੇਵੀ ਦੇ ਰੂਪ ਦੇ ਵਿੱਚ ਜਿਸ ਦੀ ਉਪਾਸਨਾ ਕਰਦੇ ਹਾਂ, ਇਹ ਉਸ ਦਾ ਵੀ ਰੂਪ ਹੈ ਔਰ ਦਸ਼ਮੀ ਦੇ ਕਈ ਅਰਥ ਹੈ। ਇਹਦੇ ਵਿੱਚ ਰਾਵਣ ਦੇ 10 ਸਿਰਾਂ ਦਾ ਵੀ ਨਾਸ ਹੈ ਜੀ, ਜਿਸ ਨੂੰ ਅਸੀਂ ਸਿੰਬੋਲਿਕਲੀ ਕਹੀਏ ਤੇ ਦਸ਼ਵਿਧ ਪਾਪ, ਜਿਹੜੇ 10 ਤਰ੍ਹਾਂ ਦੇ ਪਾਪ ਸ਼ਾਸਤਰਾਂ ਦੇ ਵਿੱਚ ਲਿਖੇ ਦੇ ਹੈ ਜੀ, ਉਹਨਾਂ ਦਾ ਆਪਣੇ ਅੰਦਰ ਨਾਸ਼ ਕਰਨ ਲਈ ਇਹ ਗੱਲ ਸਿਰਫ ਰਾਵਣ, ਮੇਘਨਾਥ, ਕੁੰਭਕਰਨ ਨੂੰ ਜਲਾਉਣ ਦੀ ਨਹੀਂ ਹੈ। ਇਹ ਗੱਲ ਆਪਣੇ ਅੰਦਰ ਦੇ ਜਿਹੜੇ ਪਾਪ ਹੈ, ਆਪਣੇ ਅੰਦਰ ਜਿਹੜੀ ਇਹ ਭਾਵਨਾ ਹੈ ਕਿ ਅਸੀਂ ਦੂਸਰੇ ਨੂੰ ਦਬਾ ਕੇ ਚੱਲਣਾ ਹੈ, ਦੂਸਰੇ ਦੇ ਨਾਲ ਅਨਿਆਏ ਕਰਨਾ ਹੈ ਔਰ ਅਧਰਮ ਦੇ ਰਸਤੇ ਉੱਤੇ ਚੱਲ ਕੇ ਸਫਲਤਾ ਪ੍ਰਾਪਤ ਕਰਨੀ ਹੈ, ਇਹ ਸਾਨੂੰ ਇਸੇ ਚੀਜ਼ ਦੀ ਯਾਦ ਕਰਵਾਉਂਦਾ ਹੈ ਕਿ ਅਸੀਂ ਇਹਨਾਂ ਸਾਰੀਆਂ ਬੁਰਾਈਆਂ ਦੇ ਉੱਤੇ ਵਿਜੇ ਪ੍ਰਾਪਤ ਕਰਨੀ ਹੈ ਔਰ ਵਿਜੇ ਦਸ਼ਮੀ ਦਾ ਇਹੀ ਇਸੇ ਚੀਜ਼ ਕਰਕੇ ਸਾਡੇ ਨਾਲ ਜੁੜਿਆ ਹੈ ਜੀ। ਅਸੀਂ ਗੱਲ ਕਰਦੇ ਹਾਂ ਸਰ ਦਸ਼ਮੀ ਦੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ। ਇਸ ਤੋਂ ਪਹਿਲਾਂ ਆਉਂਦੇ ਨੇ ਨੌ ਨਰਾਤੇ, ਕਿਉਂਕਿ ਉਹ ਵੀ ਸਾਡਾ ਜ਼ਿਕਰ ਕਰਨਾ ਜਿਹੜਾ ਬਣਦਾ ਹੈ ਕਿਉਂਕਿ ਉਹ ਬਿਲਕੁਲ ਇਹਦੇ ਨਾਲ ਹੀ ਜੁੜਿਆ ਹੋਇਆ ਹੈ। ਤਾਂ ਹੀ ਦਸ਼ਮੀ ਬਣਦਾ ਕਿ ਨੌ ਨਰਾਤਿਆਂ ਤੋਂ ਬਾਅਦ ਦਸਵੀਂ ਮਨਾਈ ਜਾਂਦੀ ਹੈ। ਨਰਾਤਿਆਂ ਦਾ ਇਹਦੇ ਨਾਲ ਕਿੱਦਾਂ ਸੰਬੰਧ ਹੈ? ਨਰਾਤੇ ਦਾ ਮਤਲਬ ਹੈ ਨਵਰਾਤਰ, 9 ਰਾਤਾਂ ਜੀ। ਇਹ 9 ਪਵਿੱਤਰ ਰਾਤਾਂ ਸ਼ਕਤੀ ਨੂੰ ਸਮਰਪਿਤ ਹੈ ਜੀ। ਚੰਦਰ ਕੈਲੰਡਰ ਦੇ ਹਿਸਾਬ ਦੇ ਨਾਲ, ਜਿਸ ਦੀ ਗਣਨਾ ਚੰਦਰਮਾ ਦੇ ਹਿਸਾਬ ਦੇ ਨਾਲ ਕੀਤੀ ਜਾਂਦੀ ਹੈ, ਜਿਹੜੇ ਪਹਿਲੇ 9 ਦਿਨ ਹੁੰਦੇ ਹੈ ਇਹ ਸਤਰੈਨ ਪਕਸ਼ ਹੈ, ਇਹ ਇਸਤਰੀ ਦੇ ਨਾਲ ਜੁੜਿਆ ਦਾ ਹੈ ਔਰ ਬਾਕੀ ਦੇ ਜਿਹੜੇ ਦਿਨ ਹੈਗੇ ਹੈ ਇਹ ਪੁਰਸ਼ ਪਕਸ਼ ਹੈਗਾ ਜੀ। ਇਹ ਸਤਰੈਨ ਪਕਸ਼ ਦੇ ਵਿੱਚ ਸ਼ਕਤੀ ਦੀ ਸਾਧਨਾ, ਸ਼ਕਤੀ ਦੀ ਉਪਾਸਨਾ, ਸ਼ਕਤੀ ਦਾ ਸੰਚਾਰ ਔਰ ਸ਼ਕਤੀ ਨੂੰ ਪ੍ਰਾਪਤ ਕਰਨ ਦੀ ਹਰ ਤਰ੍ਹਾਂ ਦੀ ਚੇਸ਼ਟਾ ਉਹ ਇਹਦੇ ਵਿੱਚ ਕੀਤੀ ਜਾਂਦੀ ਹੈ ਔਰ ਅਸੀਂ ਇਹ ਦੇਖਦੇ ਹਾਂ ਕਿ ਬੇਸ਼ੱਕ ਉਹ ਦੇਵੀ ਸ਼ੈਲਪੁੱਤਰੀ ਦੀ ਸ਼ਕਲ 'ਚ ਹੈ ਜਾਂ ਉਹ ਕਾਤਿਆਇਨੀ ਦੀ ਸ਼ਕਲ 'ਚ ਹੈ ਜਾਂ ਬ੍ਰਹਮਚਾਰਿਣੀ ਦੀ ਸ਼ਕਲ 'ਚ ਹੈ ਜਾਂ ਚੰਦਰਘੰਟਾ ਦੀ ਸ਼ਕਲ 'ਚ ਹੈ ਜਾਂ ਕੁਸ਼ਮਾਂਡਾ ਦੀ ਸ਼ਕਲ 'ਚ ਹੈ ਜਾਂ ਸਿੱਧੀਦਾਤਰੀ ਦੀ ਸ਼ਕਲ 'ਚ ਹੈ, ਜਿਹੜਾ ਇਹ 8ਵਾਂ ਤੁਹਾਡੇ ਇਹ ਨਵਰਾਤਰਾ ਆਉਂਦਾ ਹੈ। ਇਹ ਸਾਰੀਆਂ ਜਿੰਨੀਆਂ ਵੀ ਸ਼ਕਲਾਂ ਤੁਹਾਨੂੰ ਅਲੱਗ-ਅਲੱਗ ਨਜ਼ਰ ਆਉਂਦੀਆਂ ਐਕਚੁਅਲੀ ਇੱਕੋ ਹੀ ਸ਼ਕਤੀ ਦੇ ਇਹ ਰੂਪ ਹੈਗੇ ਆ ਔਰ ਸ਼ਕਤੀ ਇੱਕ ਐਕਟਿਵ ਪਾਵਰ ਹੈ। ਸਾਰੀ ਦੁਨੀਆ ਐਨਰਜੀ ਦੇ ਨਾਲ ਚੱਲਦੀ ਹੈ। ਇਹ ਫਿਜ਼ਿਕਸ ਦੇ ਲੋਕ ਵੀ ਇਸ ਚੀਜ਼ ਨੂੰ ਮੰਨਦੇ ਹਨ। ਇਹ ਐਨਰਜੀ ਯਾਨੀ ਕਿ ਸ਼ਕਤੀ, ਇਹਦਾ ਇੱਕ ਐਕਟਿਵ ਰੂਪ ਹੈ, ਇੱਕ ਪੈਸਿਵ ਰੂਪ ਹੈ, ਇੱਕ ਇਹਦੀ ਕਾਈਨੈਟਿਕ ਫਾਰਮ ਹੈ ਜਿਹੜੀ ਕਿ ਸ਼ਕਤੀ ਦੀ ਫਾਰਮ ਹੈ। ਉਸ ਸ਼ਕਤੀ ਨੂੰ ਅਰਜਿਤ ਕਰਨ ਦੇ ਨਾਲ ਨਵਰਾਤਰ ਜੁੜੇ ਦੇ ਹੈ ਔਰ ਇਸੇ ਕਰਕੇ ਇਹਦੇ ਵਿੱਚ ਵਰਤ, ਉਪਵਾਸ, ਅਨੁਸ਼ਠਾਨ
ਬ੍ਰਹਮਚਰਯ ਸੰਯਮ ਹਰ ਤਰ੍ਹਾਂ ਦਾ ਇਹਨਾਂ ਚੀਜ਼ਾਂ ਦਾ ਮਹੱਤਵ ਗਿਣਿਆ ਗਿਆ ਹੈ ਕਿਉਂਕਿ ਸ਼ਕਤੀ ਪ੍ਰਾਪਤ ਕਰਨ ਦੇ ਨਾਲ ਬਾਕੀ ਸਾਲ ਅਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਚੱਲ ਸਕਦੇ ਹਾਂ। ਲੇਕਿਨ ਮੈਂ ਦਰਸ਼ਕਾਂ ਲਈ ਇਹ ਦੱਸਣਾ ਚਾਹੁੰਦਾ ਕਿ ਵੈਸੇ ਐਸਟ੍ਰੋਲੋਜੀਕਲੀ ਦੇਖਿਆ ਜਾਏ ਤਾਂ ਨਵਰਾਤਰੇ ਹਰ ਮਹੀਨੇ ਆਉਂਦੇ ਹਨ ਕਿਉਂਕਿ ਹਰ ਮਹੀਨੇ ਇੱਕ ਕ੍ਰਿਸ਼ਨ ਪਕਸ਼ ਹੈ ਔਰ ਇੱਕ ਸ਼ੁਕਲ ਪਕਸ਼ ਹੈ। ਕ੍ਰਿਸ਼ਨ ਪਕਸ਼ ਜਿਹਨੂੰ ਅਸੀਂ ਪੰਜਾਬ 'ਚ ਕਾਲਾ ਪਕਸ਼ ਕਹਿ ਦਿੰਦੇ ਹਾਂ ਔਰ ਸ਼ੁਕਲ ਪਕਸ਼ ਜਦੋਂ ਚੰਦਰਮਾ ਚੜ੍ਹਦਾ ਹੈਗਾ ਉਹ ਪਕਸ਼ ਕਹਿੰਦੇ ਹਾਂ ਕਿਉਂਕਿ ਇਹ ਤਿਉਹਾਰ ਸ਼ੁਕਲ ਪਕਸ਼ ਮਨਾਇਆ ਜਾਂਦਾ ਹੈ ਔਰ ਇਹ ਸਤਰੈਣ ਵਰਗ ਦੇ ਨਾਲ ਸੰਬੰਧਿਤ ਹੈ। ਇਸ ਕਰਕੇ ਸ਼ੁਕਲ ਪਕਸ਼ ਦੇ ਵਿੱਚ ਕੀਤਾ ਹੋਇਆ ਕੋਈ ਵੀ ਕੰਮ ਅੱਛਾ ਗਿਣਿਆ ਜਾਂਦਾ ਹੈ। ਪਰ ਸਾਰੇ ਸਾਲ ਦੇ ਜਿਹੜੇ ਨਵਰਾਤਰੇ 12 ਨਵਰਾਤਰੇ ਦਾ ਮਤਲਬ ਹੋ ਗਏ 12 ਮਹੀਨੇ ਹੋਏ ਇਹਨਾਂ ਦੇ ਵਿੱਚੋਂ 4 ਬਹੁਤ ਇੰਪੋਰਟੈਂਟ ਨਵਰਾਤਰੇ ਹੈ ਔਰ 4 ਦੇ ਵਿੱਚੋਂ ਵੀ 2 ਜ਼ਿਆਦਾ ਇੰਪੋਰਟੈਂਟ ਹੈ। ਇੱਕ ਚੇਤਰ ਦਾ ਨਵਰਾਤਰਾ ਔਰ ਦੂਸਰਾ ਜਿਹੜਾ ਹੈ ਆਸ਼ਵਿਨ ਦਾ ਜਿਹਨੂੰ ਅੱਸੂ ਕਹਿੰਦੇ ਹੈਗੇ ਆ ਇਹ ਉਹਦਾ ਨਵਰਾਤਰਾ। ਇਹ ਦੋਨੇ ਨਵਰਾਤਰੇ ਜਿਹੜੇ ਹੈ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ 12 ਦੇ ਵਿੱਚੋਂ ਇਹ 2 ਨਵਰਾਤਰਿਆਂ ਦੇ ਬਾਰੇ ਇਹ ਕਿਹਾ ਗਿਆ ਹੈ ਕਿ ਇਹ ਸਿੱਧੀ ਪ੍ਰਾਪਤੀ ਦੇ ਲਈ ਬੜੇ ਅਨੁਕੂਲ ਹਨ, ਇਹ ਸੱਚਾਈ ਦੇ ਰਸਤੇ ਤੱਕ ਜਾਣ ਦੇ ਲਈ ਬੜੇ ਅਨੁਕੂਲ ਹਨ। ਵਚਨਬੱਧਤਾ ਦੇ ਲਈ ਅਗਰ ਕਿਸੇ ਨੇ ਕੋਈ ਇਸ ਤਰ੍ਹਾਂ ਦਾ ਪ੍ਰਣ ਲੈਣਾ ਹੈ ਆਪਣੇ ਨਾਲ ਔਰ ਆਪਣੀ ਆਤਮਾ ਨੂੰ ਕੋਈ ਆਦੇਸ਼ ਦੇਣਾ ਹੈ ਉਹਦੇ ਨਾਲ ਇਹ ਨਵਰਾਤਰੇ ਜਿਹੜੇ ਹੈ ਇਹ ਜੁੜੇ ਦੇ ਹੈ। ਔਰ ਖਾਸ ਤੌਰ ਤੇ ਜਦੋਂ ਵਿਜਯਾ ਮਹੂਰਤ ਜਿਹਦੀ ਮੈਂ ਪਹਿਲੇ ਵੀ ਜ਼ਿਕਰ ਕੀਤੀ ਸੀ ਇਹ ਵਿਜਯਾ ਮਹੂਰਤ ਤਾਰਿਆਂ ਦੇ ਚੜ੍ਹਨ ਤੋਂ ਥੋੜਾ ਪਹਿਲੇ ਦਾ ਜਿਹੜਾ ਸਮਾਂ ਹੈ ਇਹ ਉਹਦੇ ਨਾਲ ਜੁੜਿਆ ਦਾ ਹੈ। ਇਹ ਥੋੜਾ ਸੰਧਿਆ ਕਾਲ ਦੇ ਨਾਲ ਵੀ ਜੁੜਿਆ ਦਾ ਹੈ ਔਰ ਚੈਤਰ ਔਰ ਆਸ਼ਵਿਨ ਦੇ ਇਹ ਜਿਹੜੇ ਦੋਨੇ ਨਵਰਾਤਰੇ ਹੈਗੇ ਆ ਇਹ ਸੰਧੀ ਕਾਲ ਦੇ ਨਾਲ ਵੀ ਜੁੜੇ ਦੇ ਆ। ਸੰਧੀ ਕਾਲ ਦੇ ਮਤਲਬ ਜੁੜਦੇ ਗਰਮੀ ਔਰ ਸਰਦੀ ਦੇ ਨਾਲ। ਚੈਤਰ ਦੇ ਨਵਰਾਤਰੇ ਗਰਮੀ ਦੀ ਸ਼ੁਰੂਆਤ ਦਾ ਸੂਚਕ ਹਨ ਔਰ ਆਸ਼ਵਿਨ ਦੇ ਜਿਹੜੇ ਨਵਰਾਤਰੇ ਹੈ ਜਿਹੜੇ ਹੁਣ ਚੱਲ ਰਹੇ ਸੀਗੇ ਇਹ ਸੂਚਕ ਹੈਗੇ ਆ ਸਰਦੀ ਦੀ ਸ਼ੁਰੂਆਤ ਦਾ। ਸੋ ਇਹ ਰਿਤੂਆਂ ਦੀ ਸੰਧੀ, ਰਿਤੂਆਂ ਦਾ ਸੰਯੋਗ, ਰਿਤੂ ਪਰਿਵਰਤਨ ਜੋ ਵੀ ਤੁਸੀਂ ਇਸ ਨੂੰ ਕਹਿ ਲਓ ਇਹ ਸਾਰੀਆਂ ਚੀਜ਼ਾਂ ਇਸ ਤਿਉਹਾਰ ਦੇ ਨਾਲ ਜੁੜੀਆਂ ਨੇ। ਅਸੀਂ ਗੱਲ ਵਿਜੇ ਦਸ਼ਮੀ ਦੀ ਕਰ ਰਹੇ ਹਾਂ ਇਸ ਵੇਲੇ ਤੇ ਵਿਜੇ ਦਸ਼ਮੀ ਦੇ ਨਾਲ ਜਦੋਂ ਅਸੀਂ ਅਕਸਰ ਦੁਸ਼ਹਿਰੇ ਦੀ ਗੱਲ ਕਰਦੇ ਹਾਂ ਸਾਡੇ ਸਾਹਮਣੇ ਇੱਕ ਰਾਵਣ ਦਾ ਹੀ ਚਿਹਰਾ ਆ ਜਾਂਦਾ ਕਿ ਰਾਵਣ ਨੂੰ ਜਲਾਣਾ ਹੈ ਜੀ। ਪਰ ਇਹਦੇ ਨਾਲ ਕੁਝ ਲੋਕ ਕਥਾਵਾਂ ਵੀ ਸਾਡੀਆਂ ਜੁੜੀਆਂ ਹੋਈਆਂ ਨੇ ਵਿੱਚ ਮਾਤਾ ਦੁਰਗਾ ਦਾ ਵੀ ਜ਼ਿਕਰ ਹੁੰਦਾ ਵਾ, ਇੱਕ ਰਾਖਸ਼ ਦਾ ਵੀ ਜ਼ਿਕਰ ਹੁੰਦਾ ਵਾ। ਇਹ ਕਥਾਵਾਂ ਕਿਹੜੀਆਂ ਨੇ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਇਹ ਤਿਉਹਾਰ ਬੇਸਿਕਲੀ ਇਹਦਾ ਸੰਬੰਧ ਐਸਟ੍ਰੋਲੋਜੀ ਦੇ ਨਾਲ ਹੈ ਕਿਉਂਕਿ ਐਸਟ੍ਰੋਲੋਜੀ ਦਾ ਰਿਤੂਆਂ ਦੇ ਉੱਤੇ ਆਪਣਾ ਪ੍ਰਭਾਵ ਹੈ, ਰਿਤੂਆਂ ਦਾ ਵਿਅਕਤੀਆਂ ਦੇ ਉੱਤੇ ਪ੍ਰਭਾਵ ਹੈ, ਵਿਅਕਤੀ ਸਮਾਜ ਨੂੰ ਚਲਾਉਂਦੇ ਹਨ। ਸੋ ਇਸ ਕਰਕੇ ਇਹ ਮੌਸਮ ਦੇ ਨਾਲ ਤੇ ਜੁੜਿਆ ਦਾ ਹੈ। ਲੇਕਿਨ ਇੱਕ ਚੀਜ਼ ਇੱਥੇ ਇਹ ਸਮਝ ਲੈਣ ਵਾਲੀ ਹੈ ਕਿ ਇਹ ਤਿਉਹਾਰ ਸਿਰਫ ਭਗਵਾਨ ਰਾਮ ਦੀ ਰਾਵਣ ਦੇ ਉੱਤੇ ਜਿੱਤ ਦਾ ਸੂਚਕ ਨਹੀਂ ਹੈ ਕਿਉਂਕਿ ਇਸ ਦਿਨ ਭਗਵਾਨ ਰਾਮ ਨੇ ਰਾਵਣ ਦਾ ਵਧ ਕੀਤਾ ਸੀ। ਇਸ ਦੇ ਨਾਲ ਇੰਦਰ ਔਰ ਵ੍ਰਿਤਾਸੁਰ, ਇੰਦਰ ਨੇ ਵੀ ਵ੍ਰਿਤਾਸੁਰ ਨਾਂ ਦੇ ਰਾਖਸ਼ ਜਿਸ ਨੇ ਬਹੁਤ ਤੰਗ ਕੀਤਾ ਦਾ ਸੀ ਲੋਕਾਂ ਨੂੰ ਉਸ ਦਾ ਇਸ ਦਿਨ ਉਸਨੇ ਵਧ ਕੀਤਾ ਸੀ। ਇਸੇ ਤਰੀਕੇ ਦੇ ਨਾਲ ਜਿਹੜੀ ਪਾਂਡਵਾਂ ਕੌਰਵਾਂ ਦੀ ਲੜਾਈ ਮਹਾਭਾਰਤ ਦੇ ਵਿੱਚ ਹੈ ਉਸ ਦਿਨ ਇਸੇ ਦਿਨ ਤੁਸੀਂ ਇਹ ਕਹਿ ਸਕਦੇ ਹੋ ਕਿ ਅਰਜੁਨ ਨੇ ਆਪਣੇ ਛੁਪੇ ਹੋਏ ਹਥਿਆਰ ਜਿਹੜੇ ਹੈ ਅਗਿਆਤਵਾਸ ਦੇ ਬਾਅਦ ਆਪਣੇ ਭਰਾਵਾਂ ਦੇ ਨਾਲ ਉਸਨੇ ਜੰਡ ਦੇ ਦਰਖਤ ਤੋਂ ਇਹ ਹਾਸਲ ਕੀਤੇ ਸੀ ਜਿਸ ਨੂੰ ਅਸੀਂ ਸ਼ਮੀ ਵ੍ਰਿਕਸ਼ ਕਹਿੰਦੇ ਹਾਂ। ਸ਼ਮੀ ਵ੍ਰਿਕਸ਼ ਇਹ ਟਰਮ ਆਮ ਤੌਰ ਤੇ ਦੱਖਣੀ ਭਾਰਤ ਦੇ ਵਿੱਚ, ਪੱਛਮੀ ਭਾਰਤ ਦੇ ਵਿੱਚ ਸੁਣੀ ਜਾਂਦੀ ਹੈ। ਪੰਜਾਬ ਦੇ ਵਿੱਚ ਇਹਦਾ ਨਾਮ ਜੰਡ ਹੈ ਔਰ ਇੱਥੇ ਜੰਡ ਦੇ ਪੱਤਿਆਂ ਨੂੰ ਸੋਨਿਆਂ ਦੇ ਨਾਲ ਤੋਲਿਆ ਜਾਂਦਾ ਸੀ ਕਿਸੇ ਵੇਲੇ ਔਰ ਕੁਝ ਇਲਾਕਿਆਂ ਦੇ ਵਿੱਚ ਤੇ ਜੰਡ ਦੇ ਪੱਤਿਆਂ ਨੂੰ ਇੱਕ ਗਿਫਟ ਦੇ ਤੌਰ ਤੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਸੋ ਇੰਦਰ ਔਰ ਵ੍ਰਿਤਾਸੁਰ ਦੀ ਕਥਾ ਇਹਦੇ ਨਾਲ ਜੁੜੀ ਦੀ ਹੈ ਔਰ ਦੁਰਗਾ ਔਰ ਮਹਿਸ਼ਾਸੁਰ ਦੀ ਕਥਾ ਵੀ ਜੁੜੀ ਦੀ ਹੈ। ਮਹਿਸ਼ਾਸੁਰ ਜਿਹਨੂੰ ਅਸੀਂ ਬਫਲੋ ਡੈਮਨ ਕਹਿੰਦੇ ਹੈਗੇ ਆ ਉਹ ਬਫਲੋ ਡੈਮਨ ਦਾ ਵੀ ਅਗਰ ਇਤਿਹਾਸ ਅਸੀਂ ਦੇਖੀਏ ਮੈਂ ਉਹਦੀ ਗਹਿਰਾਈ 'ਚ ਨਹੀਂ ਜਾਣਾ ਚਾਹੁੰਦਾ। ਉਹ ਵੀ ਰਿਸ਼ੀਆਂ ਮੁਨੀਆਂ ਦੇ ਵੰਸ਼ਜ 'ਚੋਂ ਪਿੱਛੋਂ ਆਇਆ ਸੀ ਲੇਕਿਨ ਜਦੋਂ ਵੀ ਕੋਈ ਵਿਅਕਤੀ ਗਲਤ ਕ੍ਰਿਤ ਕਰਦਾ ਹੈ, ਅਨਿਆਏ ਕਰਦਾ ਹੈ, ਦੂਸਰੇ ਦਾ ਸ਼ੋਸ਼ਣ ਕਰਦਾ ਹੈ ਤੇ ਉਸ ਨੂੰ ਅਸੀਂ ਦੈਤ ਦੀ ਸੰਗਿਆ ਦੇ ਦਿੰਦੇ। ਦੈਤ ਦਾ ਮਤਲਬ ਉਹ ਨਹੀਂ ਹੈ ਜਿਹਦੇ ਕੋਈ ਸਿੰਗ ਨਿਕਲੇ ਦੇ ਆ ਜਾਂ ਅੱਖਾਂ ਬਾਹਰ ਨੂੰ ਹੈ ਜਾਂ ਜੀਭ ਜਿਹਨੇ ਬਾਹਰ ਕੱਢੀ ਦੀ ਹੈ। ਦੈਤ ਉਹ ਵਿਅਕਤੀ ਹੈ ਜਿਸਨੇ ਆਪਣੀਆਂ ਪ੍ਰਵਿਰਤੀਆਂ ਦੇ ਉੱਤੇ, ਆਪਣੇ ਦੋਸ਼ਾਂ ਦੇ ਉੱਤੇ ਕੰਟਰੋਲ ਨਹੀਂ ਕੀਤਾ ਔਰ ਉਹ ਕੰਟਰੋਲ ਨਾ ਹੋਣ ਕਰਕੇ ਉਹਦਾ ਪ੍ਰਭਾਵ ਜਿਹੜਾ ਹੈ ਆਲੇ ਦੁਆਲੇ ਤੇ ਸਮਾਜ ਦੇ ਉੱਤੇ ਪੈਂਦਾ ਹੈ। ਸੋ ਦੁਰਗਾ ਨੇ ਮਹਿਸ਼ਾਸੁਰ ਨਾਮ ਦੇ ਦੈਤ ਦੀ ਇਸ ਤੁਸੀਂ ਕਹਿ ਸਕਦੇ ਹੋ ਵਧ ਕੀਤਾ। ਇੰਦਰ ਨੇ ਵ੍ਰਿਤਾਸੁਰ ਦਾ ਵਧ ਕੀਤਾ। ਭਗਵਾਨ ਰਾਮ ਨੇ ਰਾਵਣ ਨੂੰ ਖਤਮ ਕੀਤਾ ਜਿਸ ਨੇ ਸੀਤਾ ਹਰਨ ਕੀਤਾ ਸੀ। ਔਰ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਇਸ ਵਿਜੇ ਦਸ਼ਮੀ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜਦੀਆਂ ਗਈਆਂ ਜਿਹੜੀਆਂ ਭਾਰਤ ਦੇ ਅਲੱਗ-ਅਲੱਗ ਪ੍ਰਾਂਤਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਤੇ ਮਹਿਸੂਸ ਕੀਤੀਆਂ ਗਈਆਂ ਔਰ ਇਸੇ ਕਰਕੇ ਇਹ ਤਿਉਹਾਰ
ਭਾਰਤ ਦੇ ਅਲੱਗ-ਅਲੱਗ ਕੋਨੇ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਮਨਾਇਆ ਜਾਂਦਾ। ਬਿਲਕੁਲ, ਮੇਰਾ ਸਵਾਲ ਅਗਲਾ ਇਹੀ ਸੀ ਕਿ ਅਸੀਂ ਇਹ ਵੀ ਦੇਖਦੇ ਹਾਂ ਕਿ ਜੰਮੂ ਦੇ ਵਿੱਚ ਅਲੱਗ ਤਰੀਕੇ ਦੇ ਨਾਲ, ਮੈਸੂਰ ਦੇ ਵਿੱਚ ਅਲੱਗ ਤਰੀਕੇ ਦੇ ਨਾਲ, ਅਸੀਂ ਇੱਥੇ ਅਲੱਗ ਤਰੀਕੇ ਦੇ ਨਾਲ, ਭਾਰਤ ਦੇ ਵਿੱਚ ਜਿਹੜਾ ਵਾ ਇਹ ਤਿਉਹਾਰ ਅਲੱਗ-ਅਲੱਗ ਮਨਾਉਣ ਦੀ ਜਿਹੜੀ ਰਹੁ ਰੀਤ ਹੈ ਇਹ ਕਿਉਂ ਚੱਲੀ? ਦੇਖੋ, ਹਰ ਇਹ ਪਰੰਪਰਾਵਾਂ ਜਿਹੜੀਆਂ ਹੈ ਇਹ ਸੰਬੰਧਿਤ ਹੈਗੀਆਂ ਇਤਿਹਾਸ ਦੇ ਨਾਲ ਜੀ। ਔਰ ਇਤਿਹਾਸ ਜਿਹੜਾ ਹੈ ਜ਼ਿਆਦਾ ਇਹ ਲੋਕਲ ਹਿਸਟਰੀ ਦੇ ਨਾਲ ਜੁੜਿਆ ਰਹਿੰਦਾ ਹੈਗਾ ਜੀ। ਕਿਉਂਕਿ ਲੋਕਲ ਹਿਸਟਰੀ ਹੀ ਵੱਡੀ ਨੈਸ਼ਨਲ ਹਿਸਟਰੀ ਬਣਦੀ ਹੈ। ਔਰ ਨੇਸ਼ਨ ਦੀ ਕਨਸੈਪਟ ਕੋਈ ਪ੍ਰਾਚੀਨ ਕਾਲ ਦੇ ਵਿੱਚ ਤੇ ਹੈ ਨਹੀਂ ਸੀ। ਇਸ ਕਰਕੇ ਜਿਸ ਜਗ੍ਹਾ ਤੇ ਜਿਹੜੀ ਘਟਨਾ ਹੋਈ ਉਸ ਨਾਲ ਜੁੜ ਗਈ। ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਮੈਸੂਰ ਦਾ ਦੁਸਹਿਰਾ ਹੈ, ਬਹੁਤ ਮਸ਼ਹੂਰ ਹੈ, ਅੰਤਰਰਾਸ਼ਟਰੀ ਖਿਆਤੀ ਇਸ ਨੂੰ ਪ੍ਰਾਪਤ ਹੈ। ਇਹ ਕੋਈ 14ਵੀਂ 15ਵੀਂ ਸ਼ਤਾਬਦੀ ਤੋਂ ਇਹ ਚੱਲ ਰਿਹਾ ਹੈ। ਜਿਹੜੇ ਵਿਜੇਨਗਰ ਐਮਪਾਇਰ ਦੇ ਰਾਜੇ ਸੀਗੇ ਉਹਨਾਂ ਨੇ ਇਸ ਨੂੰ ਇਹ ਸ਼ੁਰੂ ਕੀਤਾ ਸੀ ਬੜੀ ਸ਼ਾਨੋ ਸ਼ੌਕਤ ਦੇ ਨਾਲ। ਔਰ ਜਦੋਂ ਵਿਜੇਨਗਰ ਸਾਮਰਾਜ ਦਾ ਪਤਨ ਹੋ ਗਿਆ, ਬਹਿਮਨੀ ਰਾਜ ਨੇ ਇਸ ਦਾ ਵਿਨਾਸ਼ ਕਰ ਦਿੱਤਾ ਤੇ ਉਸ ਵੇਲੇ ਫਿਰ ਇੱਕ ਹੋਰ ਡਾਇਨੈਸਟੀ ਆਈ, ਵੋਡਿਆਰ ਡਾਇਨੈਸਟੀ। ਉਹਨਾਂ ਨੇ ਜਿੱਥੇ ਜਿੱਥੇ ਉਹਨਾਂ ਦਾ ਰਾਜ ਸੀ ਇਸ ਪ੍ਰਥਾ ਨੂੰ ਉੱਥੇ ਸ਼ੁਰੂ ਕੀਤਾ ਔਰ ਇਹ ਪ੍ਰਥਾ ਹੁਣ ਵੀ ਪ੍ਰਚਲਿਤ ਹੈ। ਔਰ ਇਹਦੇ ਜਿਹੜੇ ਮੁੱਖ ਤੁਸੀਂ ਕਹਿ ਸਕਦੇ ਹੋ ਅਟਰੈਕਸ਼ਨਸ ਜਿਹੜੀਆਂ ਅੱਜ ਵੀ ਲੋਕਾਂ ਦੀਆਂ ਹੈ ਉਹ ਹੈ ਬੇਸ਼ੱਕ ਉਹ ਮੈਸੂਰ ਦਾ ਰਾਜਵੰਸ਼ ਦਾ ਜਾਂ ਜਿਹੜਾ ਪੁਰਾਣਾ ਕਿਲਾ ਹੈ ਉਸ ਦੀ ਅੱਗੇ ਦੇ ਦੀਪਮਾਲਾ ਹੁੰਦੀ ਸੀਗੀ, ਲੇਕਿਨ ਹੁਣ ਲਾਈਟਿੰਗ ਹੁੰਦੀ ਹੈ। ਜਾਂ ਇੱਕ ਬਹੁਤ ਵੱਡਾ ਸ਼ਾਹੀ ਜਲੂਸ ਕੱਢਿਆ ਜਾਂਦਾ ਸੀ ਕਿਉਂਕਿ ਮੈਸੂਰ ਦੇ ਵਿੱਚ ਮਾਤਾ ਚਾਮੁੰਡੇਸ਼ਵਰੀ ਦਾ ਰੂਪ, ਚਾਮੁੰਡੇਸ਼ਵਰੀ ਯਾਨੀ ਕਿ ਚਾਮੁੰਡਾ ਯਾਨੀ ਕਿ ਚੰਡ ਔਰ ਮੁੰਡ ਦਾ ਵਿਨਾਸ਼ ਕਰਨ ਵਾਲੀ ਦੇਵੀ ਚਾਮੁੰਡੇਸ਼ਵਰੀ ਦੇਵੀ ਦੀ ਪੂਜਾ ਤੋਂ ਇਹ ਸ਼ੁਰੂ ਹੁੰਦਾ ਹੈ। ਔਰ ਉਸ ਦੀ ਜਿਹੜੀ ਪ੍ਰਤਿਮਾ ਹੈ, ਇਮੇਜ ਹੈ, ਆਈਡਲ ਹੈ, ਉਸ ਨੂੰ ਇੱਕ ਬਹੁਤ ਵੱਡੇ ਪਲੇਕ ਦੇ ਉੱਤੇ ਰੱਖ ਕੇ ਜਿਹੜੀ ਕਿ ਸੋਨੇ ਦੀ ਬਣੀ ਹੁੰਦੀ ਹੈ, ਉਹ ਸਾਰੇ ਉੱਥੇ ਮੈਸੂਰ ਦੇ ਵਿੱਚ ਉਸ ਨੂੰ ਔਰ ਜਿਹੜੇ ਇਲਾਕੇ ਨਿਸ਼ਚਿਤ ਕੀਤੇ ਹੈ ਉੱਥੇ ਘੁਮਾਇਆ ਜਾਂਦਾ ਹੈ। ਔਰ ਅਲਟੀਮੇਟਲੀ ਉਹ ਜੰਡ ਦੇ ਦਰਖਤ ਦੇ ਕੋਲ ਆ ਕੇ ਉਸ ਪ੍ਰੋਸੈਸ਼ਨ ਦੀ ਸਮਾਪਤੀ ਹੁੰਦੀ ਹੈ। ਇਹਨੂੰ ਐਲੀਫੈਂਟ ਪ੍ਰੋਸੈਸ਼ਨ ਵੀ ਕਹਿੰਦੇ ਆ ਇਹ ਕਿਉਂਕਿ ਇਹਦੇ ਵਿੱਚ ਹਾਥੀ ਹੁੰਦੇ ਆ, ਲੇਕਿਨ ਹਾਥੀਆਂ ਦੇ ਨਾਲ ਘੋੜੇ ਵੀ ਹੁੰਦੇ ਆ ਔਰ ਕੈਮਲਸ ਵੀ ਹੁੰਦੇ ਆ ਯਾਨੀ ਕਿ ਊਂਟ ਵੀ ਹੁੰਦੇ ਆ। ਔਰ ਤੁਸੀਂ ਹੈਰਾਨ ਹੋਵੋਗੇ ਕਿ ਮੁਸਲਿਮ ਬਾਦਸ਼ਾਹ ਹੈਦਰ ਅਲੀ ਨੇ ਵੀ ਇਸ ਪ੍ਰੋਸੈਸ਼ਨ ਦੇ ਵਿੱਚ ਇਸ ਜਲੂਸ ਦਾ ਹਿੱਸਾ ਬਣਿਆ ਕਰਦਾ ਸੀ। ਬੇਸ਼ੱਕ ਇਹ ਬੇਸਿਕਲੀ ਇੱਕ ਹਿੰਦੂ ਤਿਉਹਾਰ ਜੀ। ਬਿਲਕੁਲ, ਗੱਲ ਕਰਦੇ ਹਾਂ ਅਸੀਂ ਕੁੱਲੂ ਦੀ ਕਿਉਂਕਿ ਕੁੱਲੂ ਦਾ ਦੁਸਹਿਰਾ ਵੀ ਬੜਾ ਮਸ਼ਹੂਰ ਹੈ। ਤੇ ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਮਹਾਰਾਸ਼ਟਰ ਦੀ, ਕਿਉਂਕਿ ਤੁਸੀਂ ਖੁਦ ਵੀ ਕਾਫੀ ਸਮਾਂ ਉੱਥੇ ਬਿਤਾਇਆ ਹੈ ਔਰ ਉਹਦੇ ਉੱਤੇ ਪੂਰੀ ਸਰਚ ਵੀ ਕੀਤੀ ਹੈ, ਇਹਨਾਂ ਦੋਨਾਂ ਦੁਸਹਿਰਿਆਂ ਦੇ ਵਿੱਚ ਕੀ ਫਰਕ ਹੈ, ਕਿੰਨਾ ਕੁ ਅੰਤਰ ਹੈ? ਜਿਹੜਾ ਕੁੱਲੂ ਦਾ ਦੁਸਹਿਰਾ ਹੈ ਇਹ ਤੇ ਉੱਤਰੀ ਭਾਰਤ ਦੇ ਨਾਲ ਜੁੜਿਆ ਦਾ ਹੈਗਾ ਔਰ ਕੁੱਲੂ ਦੇ ਦੁਸਹਿਰੇ ਦੀ ਜਿਹੜੀ ਹਿਸਟਰੀ ਹੈ 17ਵੀਂ ਸ਼ਤਾਬਦੀ ਤੋਂ ਇਹ ਸ਼ੁਰੂ ਹੁੰਦੀ ਹੈ ਔਰ ਇਹਦੇ ਵਿੱਚ ਭਗਵਾਨ ਰਘੁਨਾਥ ਦੀ ਪੂਜਾ ਕੀਤੀ ਜਾਂਦੀ ਹੈ ਯਾਨੀ ਕਿ ਭਗਵਾਨ ਰਾਮ ਦੀ ਪੂਜਾ ਕਰਕੇ ਸ਼ੁਰੂ ਹੁੰਦਾ ਹੈ। ਕੁੱਲੂ ਸ਼ਹਿਰ ਜਿਹੜਾ ਹੈ ਇਸ ਨੂੰ ਅੰਗਰੇਜ਼ੀ 'ਚ ਵੈਲੀ ਆਫ ਗੋਡਸ ਕਿਹਾ ਜਾਂਦਾ ਹੈ ਕਿ ਦੇਵਤਾਵਾਂ ਦੀ ਇਹ ਵੈਲੀ ਹੈ, ਦੇਵਤਾਵਾਂ ਦੀ ਇਹ ਘਾਟੀ ਹੈ ਕਿਉਂਕਿ ਇਸ ਦਿਨ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਇੱਕ ਵਾਰਕਰੀ ਸੰਪਰਦਾਇ ਹੈ ਜਿਸ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਪਾਲਕੀਆਂ ਦੇ ਵਿੱਚ ਅਲੱਗ-ਅਲੱਗ ਜਿਹੜੇ ਸੰਤ ਮਹਾਤਮਾ ਹੈ ਉਹਨਾਂ ਦੇ ਪਦ ਚਿੰਨ੍ਹ ਜਾਂ ਉਹਨਾਂ ਦੀ ਮੂਰਤੀ ਜਿਹੜੀ ਹੈ ਉਹ ਰੱਖ ਕੇ ਤੇ ਪੰਡਰਪੁਰ ਲੈ ਕੇ ਆਈ ਜਾਂਦੀ ਹੈ। ਕੋਈ ਸੰਤ ਗਿਆਨੇਸ਼ਵਰ ਦੀ ਲੈ ਕੇ ਆਂਦਾ ਹੈ, ਕੋਈ ਕਿਸੇ ਹੋਰ ਸੰਤ ਦੀ ਲੈ ਕੇ ਆਂਦਾ ਹੈ। ਇਸੇ ਤਰੀਕੇ ਦੇ ਨਾਲ ਕੁੱਲੂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਦੇਵੀ ਦੇਵਤਾਵਾਂ ਦੀਆਂ ਪ੍ਰਤਿਮਾਵਾਂ ਜਿਹੜੀਆਂ ਇਮੇਜਸ ਜਿਹੜੇ ਹੈਗੇ ਆ ਉਹਨਾਂ ਨੂੰ ਪਾਲਕੀ ਦੇ ਵਿੱਚ ਅਲਟੀਮੇਟਲੀ ਕੁੱਲੂ ਦੇ ਵਿੱਚ ਲੈ ਕੇ ਆਂਦਾ ਹੈ। ਔਰ ਕੁੱਲੂ ਦੇ ਵਿੱਚ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਸੇ ਵੀ ਚੀਜ਼ ਨੂੰ ਜਦੋਂ ਅਸੀਂ ਮਨਾਉਂਦੇ ਹਾਂ ਤੇ ਉੱਥੇ ਤੁਸੀਂ ਦੇਖਦੇ ਹੋ ਵੀ ਉੱਥੇ ਦੁਕਾਨਾਂ ਵੀ ਸਜਦੀਆਂ ਹਨ, ਉੱਥੇ ਮੇਲਾ ਟਾਈਪ ਮਾਹੌਲ ਵੀ ਹੁੰਦਾ ਹੈ, ਉੱਥੇ ਝੂਲੇ ਵੀ ਹੁੰਦੇ ਹਨ ਔਰ ਜਿੱਦਣ ਇਹ ਓਕੇਜ਼ਨ ਹੁੰਦਾ ਹੈ ਉਸ ਵੇਲੇ ਦੀਪਮਾਲਾ ਵੀ ਯਾਨੀ ਕਿ ਲਾਈਟਿੰਗ ਵੀ ਹੁੰਦੀ ਹੈ। ਉੱਥੇ ਆਤਿਸ਼ਬਾਜ਼ੀ ਦਾ ਪ੍ਰਚਲਨ ਵੀ ਹੈ ਔਰ ਉਹਦੇ ਵਿੱਚ ਕਦੀ ਘੁੜਸਵਾਰੀ ਲੇਕਿਨ ਜ਼ਿਆਦਾ ਮੱਲ ਯੁੱਧ, ਹਰ ਤਰ੍ਹਾਂ ਦੀ ਜਿਹੜੀ ਕਲਚਰਲ ਐਕਟੀਵਿਟੀ ਹੈ ਉਹ ਇਸ ਦੁਸਹਿਰੇ ਦਾ ਹਿੱਸਾ ਹੈਗੀ ਹੈ। ਗੱਲ ਕਰਦੇ ਹਾਂ ਅਸੀਂ ਉਹਨਾਂ ਇਲਾਕਿਆਂ ਦੀ, ਉਹਨਾਂ ਏਰੀਆ ਦੀ, ਕਿਉਂਕਿ ਭਾਰਤ ਇੱਕ ਬਹੁਤ ਵੱਡਾ ਅਲੱਗ-ਅਲੱਗ ਪ੍ਰਾਂਤਾਂ ਦਾ ਬਣਿਆ ਹੋਇਆ ਦੇਸ਼ ਹੈ ਤੇ ਕਈ ਜਗ੍ਹਾ ਇਹੋ ਜਿਹੀਆਂ ਵੀ ਨੇ ਕਪੂਰ ਸਾਹਿਬ ਜਿਨ੍ਹਾਂ ਦੇ ਵਿੱਚ ਜਿਹੜੀ ਅਗਨੀ ਦਹਨ ਜਿਹਨੂੰ ਅਸੀਂ ਕਹਿੰਦੇ ਹਾਂ ਅਕਸਰ ਉਹ ਨਹੀਂ ਕੀਤਾ ਜਾਂਦਾ। ਬਹੁਤ ਸਾਰੇ ਏਰੀਏ ਇਹੋ ਜਿਹੇ ਨੇ ਜਿੱਥੇ ਅਸੀਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਆਪਾਂ ਅਗਨੀ ਦਹਨ ਕਰਦੇ। ਪੰਜਾਬ ਦੇ ਵਿੱਚ ਵੀ ਇੱਕ ਦੋ ਜਗ੍ਹਾ ਇੱਦਾਂ ਦੀਆਂ ਹੈਗੀਆਂ ਜਿੱਥੇ ਨਹੀਂ ਰਾਵਣ ਦਹਨ ਨਹੀਂ ਕੀਤਾ ਜਾਂਦਾ। ਤੇ ਕਿਹੜੀਆਂ ਉਹ ਜਗ੍ਹਾ ਨੇ ਜਿੱਥੇ ਰਾਵਣ ਦਹਨ ਨਹੀਂ ਕੀਤਾ ਜਾਂਦਾ, ਉੱਥੇ ਉਹਦੀ ਪੂਜਾ ਕੀਤੀ ਜਾਂਦੀ ਹੈ? ਰਾਵਣ ਦੀ ਪੂਜਾ
ਤੇ ਪੰਜਾਬ ਦੇ ਵਿੱਚ ਵੀ ਤੁਸੀਂ ਅਗਰ ਦੇਖਿਆ ਹੋਏ ਜੀ ਤੇ ਬੇਸ਼ੱਕ ਉਹ ਪੰਜਾਬ ਹੈ ਜਾਂ ਦਿੱਲੀ ਹੈ, ਜਦੋਂ ਰਾਵਣ ਦਹਨ ਕੀਤਾ ਜਾਂਦਾ ਹੈ, ਰਾਵਣ ਮੇਘਨਾਥ ਕੁੰਭਕਰਨ ਉਹਨਾਂ ਦੇ ਭਾਈ ਔਰ ਮੇਘਨਾਥ ਉਹਨਾਂ ਦਾ ਬੇਟਾ, ਜੀ ਤੇ ਉਸ ਤੋਂ ਪਹਿਲੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਬਿਲਕੁਲ। ਇਸ ਦਾ ਕਾਰਨ ਇਹ ਹੈ ਕਿ ਰਾਵਣ 4 ਵੇਦ, 6 ਸ਼ਾਸਤਰ, 108 ਉਪਨਿਸ਼ਦ, ਬ੍ਰਾਹਮਣ ਅਰण्यक ਗ੍ਰੰਥ ਸਾਰੇ ਪੜ੍ਹੇ ਦੇ ਸੀ ਜੀ, ਲੇਕਿਨ ਜਦੋਂ ਬੁੱਧੀ ਵਿਚਲਿਤ ਹੁੰਦੀ ਹੈ ਜੀ। ਔਰ ਕੋਈ ਅਨੈਤਿਕ ਕੰਮ ਹੋ ਜਾਂਦਾ ਹੈ ਜਾਣੇ ਅਣਜਾਣੇ ਦੇ ਵਿੱਚ, ਜੀ। ਤੇ ਉਸ ਦਾ ਰਿਜ਼ਲਟ ਫਿਰ ਭੁਗਤਣਾ ਪੈਂਦਾ ਹੈ ਜੀ। ਔਰ ਸਦੀਆਂ ਤੱਕ ਭੁਗਤਣਾ ਪੈਂਦਾ ਹੈ। ਜੀ ਔਰ ਤੁਸੀਂ ਇਹ ਸਮਝ ਸਕਦੇ ਹੋ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਰਾਵਣ ਦਹਨ ਨਹੀਂ ਹੈ, ਉੱਥੇ ਵੀ ਦੁਰਗਾ ਜੀ ਪੂਜਾ ਕੀਤੀ ਜਾਂਦੀ ਹੈ। ਜੀ ਜਿਸ ਤਰ੍ਹਾਂ ਬੰਗਾਲ ਹੈ, ਉੱਥੇ ਜੀ। ਦੁਰਗਾ ਪੂਜਾ ਹੈ। ਸਾਊਥ ਹੈ, ਸਾਊਥ ਦੇ ਬਹੁਤ ਏਰੀਆਜ਼ ਦੇ ਵਿੱਚ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ, ਜੀ। ਕਿਉਂਕਿ ਮਾਂ ਸਰਸਵਤੀ, ਮਾਂ ਲక్ష్ਮੀ, ਮਾਂ ਦੁਰਗਾ, ਜੀ। ਇਹ ਤਿੰਨੇ ਇੱਕੋ ਹੀ ਸ਼ਕਤੀ ਦੇ 3 ਰੂਪ ਹਨ। ਔਰ ਦੁਰਗਾ ਨੂੰ ਤੁਸੀਂ ਚਾਮੁੰਡਾ ਕਹਿ ਲਓ, ਦੁਰਗਾ ਨੂੰ ਤੁਸੀਂ ਕਾਲੀ ਕਹਿ ਲਓ, ਦੁਰਗਾ ਨੂੰ ਤੁਸੀਂ ਮਾਤੇਸ਼ਵਰੀ ਕਹਿ ਲਓ, ਦੁਰਗਾ ਦਾ ਕੋਈ ਵੀ ਰੂਪ ਤੁਸੀਂ ਆਪਣੇ ਸਾਹਮਣੇ ਲੈ ਆਓ, ਉਹ ਰੂਪ ਐਕਚੁਅਲੀ ਵਿਸ਼ੇਸ਼ਣ ਦੇ ਤੌਰ ਤੇ ਹੈਗੇ ਆ। ਉਹ ਅਸੀਂ ਵਿਸ਼ੇਸ਼ਣ ਨੂੰ ਸੰਗਿਆ ਬਣਾਤਾ, ਯਾਨੀ ਕਿ ਜਿਹੜਾ ਐਡਜੈਕਟਿਵ ਸੀਗਾ ਉਸ ਨੂੰ ਨਾਊਨ ਬਣਾਤਾ। ਜਿਸ ਤਰ੍ਹਾਂ ਮੈਂ ਹੁਣੀ ਦੱਸਿਆ ਕਿ ਚਾਮੁੰਡੇਸ਼ਵਰੀ ਕੋਈ ਅਲੱਗ ਨਹੀਂ ਹੈ, ਉਹ ਵੀ ਦੁਰਗਾ ਹੀ ਹੈ, ਲੇਕਿਨ ਚਾਮੁੰਡੀ ਨੇ ਚੰਡ ਔਰ ਮੁੰਡ ਦਾ ਸੰਹਾਰ ਕੀਤਾ। ਔਰ ਇਸੇ ਤਰੀਕੇ ਦੇ ਨਾਲ ਦੁਰਗਾ ਜਿਹੜੀ ਹੈ ਉਸ ਨੂੰ ਮਹਿਸ਼ਾਸੁਰ ਮਰਦਨੀ ਕਿਹਾ ਜਾਂਦਾ ਹੈ, ਕਿਉਂਕਿ ਉਸਨੇ ਮਹਿਸ਼ਾਸੁਰ ਨਾਮ ਦੇ ਦੈत्य ਦਾ, ਰਾਖਸ਼ ਦਾ ਦਮਨ ਕੀਤਾ ਤੇ ਉਹ ਦੁਰਗਾ ਬਣ ਗਈ। ਔਰ ਫਿਰ ਇਹਨਾਂ ਦੇਵੀਆਂ ਦੇ ਅਲੱਗ-ਅਲੱਗ ਰੂਪ ਤੁਸੀਂ ਇਹ ਸਮਝ ਸਕਦੇ ਹੋ, ਜਿਹੜੇ ਉਹਨਾਂ ਦੇ ਵਿਸ਼ੇਸ਼ਣ ਹਨ, ਗੁਣ ਹਨ। ਲੋਕਾਂ ਨੇ ਇਹ ਸਮਝ ਲਿੱਤਾ ਕਿ ਇਹ ਸ਼ਾਇਦ ਅਲੱਗ-ਅਲੱਗ ਹੈਗੇ ਆ। ਜਿਸ ਤਰ੍ਹਾਂ ਇੱਕ ਇਸਤਰੀ ਹੈ, ਉਹਦਾ ਇੱਕ ਮਾਂ ਦਾ ਰੂਪ ਵੀ ਹੈ, ਉਸ ਦਾ ਇੱਕ ਬੱਚੀ ਦਾ ਰੂਪ ਵੀ ਹੈ, ਉਸ ਦਾ ਇੱਕ ਪਤਨੀ ਦਾ ਰੂਪ ਵੀ ਹੈ, ਉਸ ਦਾ ਇੱਕ ਪ੍ਰੇਮਿਕਾ ਦਾ ਰੂਪ ਵੀ ਹੈ, ਕਈ ਰੂਪ ਹੈ ਇੱਕੋ ਹੀ ਇਸਤਰੀ। ਉਸੇ ਤਰੀਕੇ ਦੇ ਨਾਲ ਦੇਵੀ ਦੇ ਅਨੇਕਾਂ ਰੂਪ ਆ, ਲੇਕਿਨ ਦੇਵੀ ਦਾ ਅਸਲੀ ਰੂਪ ਜਿਹੜਾ ਹੈ ਉਹ ਸ਼ਕਤੀ ਹੈ ਜੀ। ਔਰ ਇਹ ਸ਼ਕਤੀ ਜਦੋਂ ਕਿਸੇ ਵੀ ਵਿਅਕਤੀ ਦੇ ਵਿੱਚ, ਕਿਸੇ ਸਮਾਜ ਦੇ ਵਿੱਚ ਖਤਮ ਹੋ ਜਾਂਦੀ ਹੈ ਕਿ ਉਹ ਚੀਜ਼ ਫਿਰ ਸ਼ਵ ਬਣ ਜਾਂਦੀ ਹੈ। ਸ਼ਵ ਯਾਨੀ ਕਿ ਡੈਡ। ਜੀ। ਕਾਈਨੈਟਿਕ ਪਾਵਰ ਦਾ ਜਾਗਰਿਤ ਹੋਣਾ ਜਾਂ ਜਾਗਰਿਤ ਕਰਨਾ, ਉਹਨਾਂ ਦੇ ਨਾਲ ਇਹ ਸੰਬੰਧਿਤ ਹੈ ਤਿਉਹਾਰ। ਔਰ ਵਿਜੈ ਦਸ਼ਮੀ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਬੁਰਾਈਆਂ ਦੇ ਉੱਤੇ ਵਿਜੈ ਪਾਉਣ ਦਾ ਇੱਕ ਤਰੀਕਾ ਹੈ, ਜਾਂ ਉਹਦੀ ਕਲਮੀਨੇਸ਼ਨ ਹੈ, ਜਾਂ ਇੱਕ ਸ਼ੁਰੂਆਤ ਹੈ, ਜਿਸ ਤਰ੍ਹਾਂ ਵੀ ਤੁਸੀਂ ਸਮਝ ਲਓ। ਕਿਉਂਕਿ ਬੁਰਾਈ ਦੇ ਉੱਤੇ ਜਿਹੜੀ ਅੱਛਾਈ ਦੀ ਜਿੱਤ ਹੈ, ਇਹ ਤੇ ਸਾਰੀ ਲਾਈਫ ਹੀ ਚੱਲਣੀ ਚਾਹੀਦੀ ਹੈ। ਇੱਕ ਜ਼ਿੰਦਗੀ ਦਾ ਪ੍ਰਿੰਸੀਪਲ ਹੋਣਾ ਚਾਹੀਦਾ ਹੈ, ਸਮਝੌਤਾ ਨਹੀਂ ਇਹਦੇ ਨਾਲ ਕੀਤਾ ਜਾ ਸਕਦਾ। ਬਿਲਕੁਲ ਜੀ। ਔਰ ਕਹਿੰਦੇ ਨੇ ਕਿ ਇੰਨਾ ਜ਼ਿਆਦਾ ਗਿਆਤਾ ਹੋਣ ਦੇ ਬਾਵਜੂਦ ਵੀ ਰਾਵਣ ਨੂੰ ਹਰ ਸਾਲ ਜਿਹੜਾ ਅਗਨ ਭੇਂਟ ਕੀਤਾ ਜਾਂਦਾ, ਸਾੜਿਆ ਜਾਂਦਾ। ਇਹ ਗੱਲਾਂ ਬਾਤਾਂ ਇੰਝ ਹੀ ਹੁੰਦੀਆਂ ਰਹਿਣਗੀਆਂ ਕਿ ਕਾਰਨ ਕੀ ਹੈ, ਇਹਦੇ ਪਿੱਛੇ ਕੀ ਲੁਕਿਆ ਹੋਇਆ ਵਾ, ਇਸ ਬਾਰੇ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਰ ਪਹਿਲਾਂ ਸਰਵਣ ਕਰਦੇ ਹਾਂ ਇਹ ਭਜਨ। सिया राम राम राम, 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 सिया राम राम राम। राम नाम जो मनवा गाए रे, पाप कटे क्षण में सुख पाए रे। राम नाम जो मनवा गाए रे, पाप कटे क्षण में सुख पाए रे। सिया राम राम राम, सिया राम राम राम, सिया राम राम राम, सिया राम राम राम। ये तन तेरा जीवन
तेरा तेरे संग न जाए क्यों करता मनमानी। ये तन तेरा जीवन मेरा मिट जाएगा प्राणी। धन तेरा तेरे संग न जाए क्यों करता मनमानी। प्रभु नाम एक साथ में जाए रे, पाप कटे क्षण में सुख पाए रे। राम नाम जो मनवा गाए रे, पाप कटे क्षण में सुख पाए रे। सिया राम राम राम, सिया राम राम राम, सिया राम राम राम, सिया राम राम राम। ਤੁਸੀਂ ਹੋ ਜੀ ਇਸ ਵੇਲੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਨਾਲ, ਔਰ ਸਾਡੇ ਕੋਲ ਅੱਜ ਡਾਕਟਰ ਕਪੂਰ ਜਿਹੜੇ ਨੇ ਸਾਡੇ ਕੋਲ ਖਾਸ ਤੌਰ ਤੇ ਇਸ ਵਿਸ਼ੇ ਬਾਬਤ ਯਾਨੀ ਕਿ ਦੁਸ਼ਹਿਰੇ ਬਾਬਤ ਗੱਲਬਾਤ ਕਰਨ ਦੇ ਵਾਸਤੇ ਪਹੁੰਚੇ ਨੇ। ਕਪੂਰ ਸਾਹਿਬ, ਅਸੀਂ ਗੱਲ ਕਰ ਰਹੀ ਸੀ ਮੈਂ ਇਸ ਤੋਂ ਪਹਿਲਾਂ ਕਿ ਕਿੰਨਾ ਵੱਡਾ ਗਿਆਨਵਾਨ ਕਹਿ ਸਕਦੇ ਹਾਂ, ਗਿਆਤਾ ਕਹਿ ਸਕਦੇ ਹਾਂ, ਔਰ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਉਸ ਵੇਲੇ ਦਾ ਸਭ ਤੋਂ ਵਧੀਆ ਉੱਤਮ ਇਨਸਾਨ ਕਹਿ ਸਕਦੇ ਆਪਾਂ ਰਾਵਣ ਨੂੰ, ਪਰ ਫਿਰ ਵੀ ਉਸ ਦੇ ਬਾਵਜੂਦ ਹਰ ਸਾਲ ਉਸ ਨੂੰ ਸਾੜਿਆ ਜਾਂਦਾ ਹੈ। ਕਾਰਨ ਕੀ ਹੈ ਇਹਦੇ ਪਿੱਛੇ? ਦੇਖੋ, ਰਾਵਣ, ਤੁਸੀਂ ਪੌਲਸਤ ਤੇ ਮੁਨੀ ਦੇ ਬਾਰੇ ਸੁਣਿਆ ਹੋਵੇਗਾ ਜੀ। ਪੌਲਸਤ ਤੇ ਮੁਨੀ ਦੇ ਉਹ ਪੋਤੇ ਸੀਗੇ, ਤੇ ਤੁਸੀਂ ਅੰਦਾਜ਼ਾ ਲਗਾ ਲਓ ਵੀ ਉਹ ਵਿਦਿਆ ਦੇ ਧਨੀ ਹੋਣਗੇ ਜੀ। ਸਾਮਵੇਦ ਉਹਨਾਂ ਨੂੰ ਪੂਰੀ ਤਰ੍ਹਾਂ ਕੰਠਸਥ ਸੀਗਾ ਜੀ। ਤੁਸੀਂ ਇਹ ਵੀ ਜਾਣ ਕੇ ਹੈਰਾਨ ਹੋਵੋਗੇ ਕਿ ਰਾਵਣ ਸੰਹਿਤਾ ਵੀ ਲਿਖੀ ਗਈ ਜੀ। ਔਰ ਸੰਹਿਤਾ ਦਾ ਮਤਲਬ ਵੈਸੇ ਕਲੈਕਸ਼ਨ ਹੁੰਦਾ ਹੈ ਜੀ। ਸੰਗ੍ਰਹਿ। ਔਰ ਜਿਸ ਤਰ੍ਹਾਂ ਸਾਡੇ ਰਾਮਾਇਣ ਮਹਾਭਾਰਤ ਹੈ, ਤਮਿਲ ਦੇ ਵਿੱਚ ਕੁਝ ਐਸੇ ਗ੍ਰੰਥ ਹੈ ਜੀ ਜਿਨ੍ਹਾਂ ਨੂੰ ਅਸੀਂ ਐਪਿਕ ਕਹਿੰਦੇ ਹੈਗੇ ਆ, ਮਹਾਕਾਵਿ, ਜਿਹੜੇ ਰਾਵਣ ਦੇ ਨਾਲ ਸੰਬੰਧਿਤ ਹਨ। ਜੀ। ਰਾਵਣ, ਅਸੀਂ ਲਫ਼ਜ਼ ਯੂਜ਼ ਕਰਦੇ ਹਾਂ ਰਾਵਣ ਦਹਨ। ਜੀ। ਰਾਵਣ ਦਹਨ ਦਾ ਮਤਲਬ ਹੀ ਇਹ ਹੈ ਕਿ ਅਸੀਂ ਐਕਚੁਅਲੀ ਰਾਵਣ ਨੂੰ ਨਹੀਂ ਜਲਾ ਰਹੇ, ਜੀ। ਰਾਵਣ ਦੀਆਂ ਦੇ ਵਿੱਚ ਜਿਹੜੀਆਂ ਬੁਰਾਈਆਂ ਪਨਪੀਆਂ ਜੀ। ਉਹਨਾਂ ਨੂੰ ਜਲਾ ਰਹੇ ਆ। ਇੱਕ ਸਰਜਨ ਵਾਲਾ ਕੰਮ ਕੀਤਾ ਅਸੀਂ। ਜੀ। ਸੋ ਰਾਵਣ ਨੇ ਅਨੈਤਿਕ ਕੰਮ ਕੀਤਾ, ਔਰ ਕਿੰਨੇ ਵੀ ਤੁਸੀਂ ਵਿਦਵਤਾ ਦੇ ਮਾਲਕ ਹੋਵੋ, ਅਗਰ ਅਨੈਤਿਕਤਾ ਇਸ ਲੈਵਲ ਤੱਕ ਚਲੀ ਜਾਏਗੀ, ਔਰ ਅਗਰ ਤੁਸੀਂ ਨਾ ਸੁਣੋਗੇ ਦਰਬਾਰ ਦੇ ਵਿੱਚ, ਨਾ ਆਪਣੇ ਬੇਟੇ ਦੀ, ਨਾ ਆਪਣੇ ਭਰਾ ਵਿਭੀਸ਼ਣ ਦੀ, ਨਾ ਆਪਣੀ ਪਤਨੀ ਮੰਦੋਦਰੀ ਦੀ, ਤੇ ਉਸ ਦਾ ਪਰਿਣਾਮ ਇਹ ਹੋਏਗਾ ਕਿ ਤੁਸੀਂ ਉਹ ਗਲਤ ਕੰਮ ਕਰੋਗੇ, ਔਰ ਗਲਤ ਕੰਮ ਦਾ ਨਤੀਜਾ ਜਿਹੜਾ ਹੈ ਉਹ ਫਿਰ ਤੁਹਾਨੂੰ ਭੁਗਤਣਾ ਪਏਗਾ। ਜੀ। ਸੋ ਰਾਵਣ ਦੀ ਜਿਹੜੀ ਉਸ ਵੇਲੇ ਦੀ, ਕਿਉਂਕਿ ਉਹ ਇੱਕ ਬੜਾ ਨੈਤਿਕ ਸਮਾਜ ਰਿਹਾ ਹੈ ਜੀ। ਉਹ ਇੱਕ ਐਸਾ ਪੀਰੀਅਡ ਰਿਹਾ ਹੈ ਜਦੋਂ ਪਿਓਰਿਟੀ ਸੀ, ਸਾਤਵਿਕਤਾ ਸੀਗੀ, ਲੇਕਿਨ ਜਦੋਂ ਸਾਤਵਿਕਤਾ ਖਤਮ ਹੋਈ, ਰਾਜਸਿਕਤਾ ਤੱਕ ਵੀ ਠੀਕ ਹੈ, ਜਦੋਂ ਤਾਮਸਿਕਤਾ ਆ ਗਈ ਫਿਰ ਇਹ ਸਾਰੀ ਸਮੱਸਿਆ ਖੜੀ ਹੋਈ। ਸੋ ਰਾਵਣ ਦੀ ਅਨੈਤਿਕਤਾ ਦੇ ਕਾਰਨ ਹੀ ਰਾਵਣ ਦਹਨ ਕੀਤਾ ਜਾਂਦਾ ਹੈ। ਔਰ ਰਾਵਣ ਦਹਨ ਕਰਨ ਦਾ ਮਤਲਬ ਇਹ ਹੈ ਪਬਲਿਕ ਦੇ ਵਿੱਚ ਕਿ ਅਗਰ ਤੁਸੀਂ ਗਲਤ ਕੰਮ ਕਰੋਗੇ ਤੁਹਾਨੂੰ ਬਖਸ਼ਿਆ ਨਹੀਂ ਜਾਏਗਾ, ਤੁਹਾਨੂੰ ਪਨਿਸ਼ਮੈਂਟ ਮਿਲੇਗੀ। ਜੀ। ਔਰ ਇਹ ਹਰ ਸਾਲ ਇਹ ਕੀਤਾ ਜਾਂਦਾ ਹੈ, ਲੇਕਿਨ ਅਸੀਂ ਦੇਖਦੇ ਹਾਂ ਕਿ ਵਕਤ ਦੇ ਨਾਲ ਜੋ ਹੋ ਰਿਹਾ ਹੈਗਾ, ਹਰ ਜਗ੍ਹਾ ਦੇ ਉੱਤੇ, ਹਰ ਘਰ ਦੇ ਵਿੱਚ, ਹਰ ਮੁਹੱਲੇ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਰਾਵਨਿਕ ਜਾਂ ਅਸੁਰਿਕ ਜਾਂ ਡੈਮਨਿਕ ਪ੍ਰਵਿਰਤੀਆਂ ਦੇ ਵਿਅਕਤੀ ਨਜ਼ਰ ਆਉਂਦੇ ਹੈਗੇ ਆ। ਔਰ ਜਿੰਨੇ ਕ੍ਰਿਮੀਨਲ ਕੇਸਿਸ ਹੈ, ਜਿੰਨੇ ਲੜਾਈ ਝਗੜੇ ਹੈ, ਔਰ ਜਿੰਨੇ ਆਪਸ ਦੇ ਵਿੱਚ ਮਨਮੁਟਾਵ ਹੁੰਦੇ ਹੈ, ਇਹ ਉਹਨਾਂ ਪ੍ਰਵਿਰਤੀਆਂ ਦੇ ਕਾਰਨ ਹੈ, ਜਿਨ੍ਹਾਂ ਪ੍ਰਵਿਰਤੀਆਂ ਨੂੰ ਦਸ਼ ਵਿਧਾਂ ਨੂੰ ਖਤਮ ਕਰਨ ਦਾ ਪ੍ਰਯਤਨ ਲੋਕ ਕਰਦੇ ਰਹਿੰਦੇ ਹੈ। ਬੇਸ਼ੱਕ ਉਹ ਧਾਰਮਿਕ ਪ੍ਰਵਚਨਾਂ ਦੇ ਥਰੂ, ਬੇਸ਼ੱਕ ਯੋਗ ਮੈਡੀਟੇਸ਼ਨ ਦੇ ਥਰੂ, ਜਾਂ ਆਤਮ ਸੰਯਮ ਦੇ ਥਰੂ। ਸੋ ਰਾਵਣ ਕਿਉਂਕਿ ਆਤਮ ਸੰਯਮ ਆਪਣੇ ਆਪ ਦੇ ਉੱਤੇ ਕੰਟਰੋਲ ਨਹੀਂ ਕਰ ਸਕਿਆ, ਨਾ ਆਪਣੇ ਮਨ ਦੇ ਉੱਤੇ, ਨਾ ਆਪਣੇ ਵਿਚਾਰਾਂ ਦੇ ਉੱਤੇ, ਨਾ ਹੀ ਆਪਣੇ ਕਰਮ ਦੇ ਉੱਤੇ, ਔਰ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ। ਤਾਂ ਇੱਕ ਐਗਜ਼ਾਮਪਲ ਸੈੱਟ ਕੀਤੀ ਗਈ ਵੀ ਠੀਕ ਹੈ, ਅਗਰ ਕੋਈ ਇਸ ਤਰ੍ਹਾਂ ਕਰੇਗਾ ਤੇ ਉਹਦੇ ਨਾਲ ਫਿਰ ਉਹੀ ਸਲੂਕ ਹੋਏਗਾ ਜੋ ਰਾਵਣ ਨਾਲ ਅੱਜ ਤੱਕ ਕੀਤਾ ਜਾ ਰਿਹਾ। ਜੀ। ਅਸੀਂ ਗੱਲ ਕਰਦੇ ਹਾਂ ਰਾਵਣ ਦੇ ਪਰਿਵਾਰ ਦੀ, ਤਾਂ ਉਹਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਉਸਦੇ ਪਰਿਵਾਰ ਦੇ ਵਿੱਚ ਵੀ ਕੁਝ ਇਹੋ ਜਿਹੇ ਲੋਕ ਸਨ ਜਿਹੜੇ ਰਾਮ ਦੀ ਪੂਜਾ ਕਰਦੇ ਸਨ ਜਾਂ ਰਾਮ ਦੇ ਭਗਤ ਸਨ। ਉਹਦੇ ਬਾਰੇ ਸਾਨੂੰ ਥੋੜਾ ਜਿਹਾ ਵਿਸਥਾਰਪੂਰਵਕ ਦੱਸੋ। ਰਾਮ ਇੱਕ ਵਿਅਕਤੀ ਦਾ ਨਾਂ ਨਹੀਂ ਹੈ, ਰਾਮ ਯਾਨੀ ਕਿ ਜਿਹੜਾ ਰਮਿਆ ਦਾ ਹੈ, ਔਰ ਇੱਕੋ ਹੀ ਚੀਜ਼ ਰਮੀ ਜਾ ਸਕਦੀ ਹੈ, ਉਹ ਪ੍ਰਭੂ ਭਗਤੀ ਹੈ। ਸੋ ਰਾਮ ਨੂੰ ਇੱਕ ਮੈਟਾਫੋਰਿਕਲ ਸੈਂਸ ਦੇ ਵਿੱਚ ਜਦੋਂ ਦੇਖਦੇ ਹਾਂ
ਤੇ ਉਸ ਸੈਂਸ ਦੇ ਵਿੱਚ ਤੇ ਰਾਵਣ ਦੇ ਹਿਰਦੇ ਦੇ ਵਿੱਚ ਵੀ ਰਾਮ ਸੀਗੇ ਜੀ ਲੇਕਿਨ ਕਈ ਵਾਰੀ ਰਾਮ ਵਿਲੁਪਤ ਹੋ ਗਏ ਜੀ ਕਿਉਂਕਿ ਵਿਧੀ ਦਾ ਵਿਧਾਨ ਸੀ, ਸਮੇਂ ਦਾ ਚੱਕਰ ਐਸਾ ਸੀ ਜੀ ਕਿ ਇਹ ਸਭ ਕੁਝ ਵਾਪਰਿਆ। ਜੀ ਇਸ ਤਿਉਹਾਰ ਦੇ ਨਾਲ ਜੁੜੀਆਂ ਦੀਆਂ ਇੱਕ ਦੋ ਹੋਰ ਚੀਜ਼ਾਂ ਸੀ ਜਿਹੜੀਆਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ। ਜੀ ਬਿਲਕੁਲ। ਉਹ ਇਹ ਹੈ ਕਿ ਇਸ ਦਿਨ ਰਾਜਾ ਲੋਕ ਅੱਗੇ ਜਦੋਂ ਕਿਤੇ ਪ੍ਰਸਥਾਨ ਕਰਨਾ ਹੁੰਦਾ ਸੀ, ਯਾਨੀ ਕਿ ਜਾਣਾ ਹੁੰਦਾ ਸੀਗਾ ਜੀ ਜਾਂ ਲੜਾਈ ਸ਼ੁਰੂ ਕਰਨੀ ਹੁੰਦੀ ਸੀਗੀ, ਤੇ ਫਿਰ ਵਿਜੈ ਦਸ਼ਮੀ ਦੇ ਦਿਨ ਨੂੰ ਹੀ ਚੁਣਿਆ ਜਾਂਦਾ ਸੀ ਜੀ। ਕਿ ਅੱਜ ਤੋਂ ਜਾਵਾਂਗੇ ਕਿਉਂਕਿ ਵਿਜया ਮਹੂਰਤ ਹੈ ਔਰ ਅਸੀਂ ਵਿਕਟੋਰੀਅਸ ਹੋ ਕੇ ਵਾਪਸ ਆਵਾਂਗੇ। ਜੀ ਇਸ ਕਰਕੇ ਖੱਤਰੀਏ ਲੋਕ ਜਿਹੜੇ ਹੈ ਆਪਣੇ ਸ਼ਸਤਰਾਂ ਦੀ ਪੂਜਾ ਜਿਹੜੀ ਹੈ ਉਹ ਵੀ ਇਸੇ ਦਿਨ ਹੀ ਕਰਦੇ ਸਨ। ਜੀ ਸ਼ਸਤਰਾਂ ਦੀ ਪੂਜਾ ਦਾ ਮਤਲਬ ਕੋਈ ਧੂਫ ਥਕਾਉਣ ਵਾਲਾ ਕੰਮ ਨਹੀਂ ਹੈ। ਜੀ। ਸ਼ਸਤਰਾਂ ਨੂੰ ਸਾਫ਼ ਕਰਨਾ, ਉਹਨਾਂ ਨੂੰ ਪੇਂਟ ਕਰਨਾ, ਉਹਨਾਂ ਨੂੰ ਰੈਡੀ ਰੱਖਣਾ ਕਿਸੇ ਵੀ ਯੂਜ਼ ਲਈ। ਜੀ ਔਰ ਜਿਹੜੇ ਲੇਖਕ ਲੋਕ ਸੀਗੇ ਉਹ ਮਹਾਰਾਸ਼ਟਰ ਦੇ ਵਿੱਚ ਮੈਂ ਦੇਖਿਆ ਹੈਗਾ ਕਿ ਉਹ ਆਪਣੇ ਕਲਮ ਦੀ, ਦਵਾਤ ਦੀ, ਜਾਂ ਹੁਣ ਉਹ ਲੈਪਟਾਪ ਆ ਗਏ ਹੈ ਉਹਦੇ ਉੱਤੇ ਹੀ ਸੰਦੂਰ ਜਾਂ ਸਵਸਤਿਕ ਲਗਾ ਕੇ ਜਿਸ ਤਰੀਕੇ ਦੇ ਨਾਲ ਵੀ, ਕਿਉਂਕਿ ਇਹ ਕੋਈ ਡੋਗਮਾ ਨਹੀਂ ਹੈ ਵੀ ਇਸ ਤਰ੍ਹਾਂ ਕਰਨਾ ਔਰ ਇਸ ਤਰ੍ਹਾਂ ਨਹੀਂ ਕਰਨਾ। ਲੇਕਿਨ ਅੱਛਾ ਸਾਊਥ ਦੇ ਵਿੱਚ ਤੁਸੀਂ ਦੇਖੋ ਕਿ ਸਰਸਵਤੀ ਦੀ ਪੂਜਾ ਹੁੰਦੀ ਹੈ ਉਹ ਵੀ ਮਾਂ ਹੀ ਹੈ, ਉਹ ਵੀ ਸ਼ਕਤੀ ਦਾ ਰੂਪ ਹੈ, ਲੇਕਿਨ ਉਹ ਇੱਕ ਐਸਾ ਰੂਪ ਹੈ ਜਿਹੜਾ ਵਿਦਵਤਾ ਦੇ ਨਾਲ ਜੁੜਿਆ ਦਾ ਹੈ, ਜਿਹੜਾ ਮਸਤਿਸ਼ਕ ਦੇ ਨਾਲ ਜੁੜਿਆ ਦਾ ਹੈ, ਜਿਹਦਾ ਸੰਬੰਧ ਵਿਵੇਕ ਦੇ ਨਾਲ ਹੈ। ਵਿਵੇਕ ਦਾ ਮਤਲਬ ਹੈ ਜਿਹੜੀ ਚੀਜ਼ ਗਲਤ ਹੈ ਔਰ ਜਿਹੜੀ ਚੀਜ਼ ਠੀਕ ਹੈ, ਇਹਨਾਂ ਦੋਨਾਂ ਦੇ ਵਿੱਚ ਫਰਕ ਜਾਣਨ ਦੀ ਖਮਤਾ ਰੱਖਣਾ। ਵਿਵੇਕ ਦਾ ਮਤਲਬ ਹੈ ਡਿਸਕ੍ਰਿਮੀਨੇਟ ਕਰਨਾ ਬਿਟਵੀਨ ਰਾਈਟ ਐਂਡ ਰੋਂਗ। ਸੋ ਸਰਸਵਤੀ ਦੀ ਪੂਜਾ ਸਾਊਥ ਦੇ ਵਿੱਚ ਇਸੇ ਕਰਕੇ ਕੀਤੀ ਜਾਂਦੀ ਹੈ ਤਾਂ ਕਿ ਅੰਦਰ ਦੀਆਂ ਬੁਰਾਈਆਂ ਦਾ, ਅੰਦਰ ਦੇ ਰਾਵਣ ਦਾ ਦਹਨ ਕੀਤਾ ਜਾ ਸਕੇ। ਔਰ ਜਿਹੜੇ ਖੱਤਰੀਏ ਲੋਕ ਹੈਗੇ ਆ ਉਹ ਆਬਵੀਅਸਲੀ ਇਸ ਨੂੰ ਦੁਰਗਾ ਪੂਜਾ ਦੇ ਤੌਰ ਤੇ ਵੀ ਲੈਂਦੇ ਰਹੇ ਹੈ ਔਰ ਹੁਣ ਤੇ ਦੁਰਗਾ ਪੂਜਾ ਇੰਨੀ ਪ੍ਰਚਲਿਤ ਹੈ, ਬੇਸ਼ੱਕ ਉਹ ਬੰਗਾਲ ਹੈ, ਬੇਸ਼ੱਕ ਉਹ ਜੰਮੂ ਹੈ, ਬੇਸ਼ੱਕ ਕੋਈ ਹੋਰ ਜਗ੍ਹਾ ਹੈ, ਉਸ ਨੂੰ ਮਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਪੂਜਾ ਜਾਂਦਾ ਹੈ। ਲੇਕਿਨ ਇਸ ਦੀ ਲక్ష్ਮੀ ਦੇ ਰੂਪ ਦੇ ਵਿੱਚ ਵੀ ਪੂਜਾ ਹੁੰਦੀ ਹੈ, ਵੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਔਰ ਮੈਂ ਇਹ ਦੱਸਣਾ ਚਾਹੁੰਦਾ ਜਿਸ ਤਰ੍ਹਾਂ ਗਣੇਸ਼ ਉਤਸਵ ਹੁੰਦਾ ਹੈ, ਗਣੇਸ਼ ਚਤੁਰਥੀ ਜਿਹੜੀ ਹੈ ਪਿੱਛੇ ਨਿਕਲ ਕੇ ਜਾਈ, ਉਹਦੇ ਬਾਅਦ ਇਹ ਨਵਰਾਤਰਾ ਆਉਂਦੇ ਹੈ, ਜਿਸ ਤਰ੍ਹਾਂ ਉਸ ਵੇਲੇ ਗਣੇਸ਼ ਦੀਆਂ ਮੂਰਤੀਆਂ ਦਾ ਵਿਸਰਜਨ ਕੀਤਾ ਜਾਂਦਾ ਹੈ, ਇਸ ਤਰ੍ਹਾਂ ਹਿੰਦੁਸਤਾਨ ਦੇ ਕੁਝ ਹਿੱਸਿਆਂ ਦੇ ਵਿੱਚ ਅੱਜ ਵੀ ਸ਼ਕਤੀ ਦੇ ਅਲੱਗ-ਅਲੱਗ ਰੂਪ ਨੂੰ ਬਣਾ ਕੇ ਪੂਜਾ ਕਰਕੇ ਫਿਰ ਉਹਨਾਂ ਦਾ ਵਿਸਰਜਨ ਕੀਤਾ ਜਾਂਦਾ ਹੈ। ਸੋ ਇੱਕ ਬਹੁਤ ਮਹੱਤਵਪੂਰਨ ਤਿਉਹਾਰ ਹੈ, ਇੱਕ ਬੜਾ ਲੋਕਪ੍ਰਿय ਤਿਉਹਾਰ ਹੈ, ਲੋਕ ਇਹਦੀ ਉਡੀਕ ਕਰਦੇ ਹਨ ਔਰ ਇੱਕ ਐਸਾ ਤਿਉਹਾਰ ਹੈ ਜਿਹੜਾ ਸਾਨੂੰ ਨੈਤਿਕ ਸਿੱਖਿਆ ਦਿੰਦਾ ਹੈ ਔਰ ਆਪਣਾ ਆਚਰਣ ਠੀਕ ਕਰਨ ਲਈ, ਆਪਣਾ ਵਿਵਹਾਰ ਠੀਕ ਕਰਨ ਦੇ ਲਈ ਔਰ ਆਪਣੇ ਕੰਮ ਠੀਕ ਕਰਨ ਦੇ ਲਈ ਉਹ ਸਾਨੂੰ ਪ੍ਰੇਰਨਾ ਦਿੰਦਾ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਰਾਵਣ ਦਹਨ ਦੀ ਤੇ ਉਹਦੇ ਨਾਲ ਇੱਕ ਸ਼ਬਦ ਜੁੜਿਆ ਹੋਇਆ ਵਾ ਲੰਕਾ ਦਹਨ। ਲੰਕਾ ਦੀ ਗੱਲ ਆਉਂਦੀ ਹੈ ਕਿ ਅੱਜ ਵੀ ਉਸ ਜਗ੍ਹਾ ਦੇ ਉੱਤੇ ਉਹ ਸਾਰਾ ਕੁਝ ਹੈ ਜੋ ਉਸ ਸਮੇਂ ਦੇ ਵਿੱਚ ਸੀ। ਇਤਿਹਾਸਿਕ ਤੌਰ ਤੇ ਬਹੁਤ ਸਾਰੇ ਪ੍ਰਮਾਣ ਜਿਹੜੇ ਹੈ ਇਹ ਸ਼੍ਰੀਲੰਕਾ 'ਚ ਮਿਲਦੇ ਹੈ, ਜਿੱਥੇ ਰਾਮ ਦੇ ਮੰਦਿਰ, ਸੀਤਾ ਦੇ ਮੰਦਿਰ, ਜਿੱਥੋਂ ਇਹ ਪੁਸ਼ਪਕ ਵਿਮਾਨ ਇਹ ਉਡਾਉਂਦੇ ਸੀਗੇ ਰਾਵਣ, ਔਰ ਹੋਰ ਬਹੁਤ ਸਾਰੀਆਂ ਜਗ੍ਹਾ, ਅਸ਼ੋਕ ਵਾਟਿਕਾ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਮਿਲਦੀਆਂ ਹੈਗੀਆਂ। ਲੇਕਿਨ ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਹੈ ਕਿ ਇਹ ਜਿਹੜੀ ਲੰਕਾ ਦਾ ਜ਼ਿਕਰ ਰਾਮਾਇਣ 'ਚ ਹੈ ਜਾਂ ਰਾਮਚਰਿਤ ਮਾਨਸ 'ਚ ਹੈ, ਇਹ ਉੱਥੇ ਨਹੀਂ ਹੈ ਬਲਕਿ ਮੱਧ ਪ੍ਰਦੇਸ਼ ਦੇ ਵਿੱਚ ਕਿਤੇ ਸਥਿਤ ਹੈ। ਲੇਕਿਨ ਸੱਚਾਈ ਬਿਲਕੁਲ ਡਿਫਰੈਂਟ ਹੈ। ਸੱਚਾਈ ਇਹ ਹੈ ਕਿ ਇਹ ਉੱਥੇ ਹੀ ਹੈ ਕਿਉਂਕਿ ਔਰ ਰਾਮ ਸੇਤੂ ਜਿਹੜਾ ਹੈ ਉਹ ਇਸ ਦਾ ਪ੍ਰਮਾਣ ਹੈ। ਅਸਲੀ ਗੱਲ ਇਹ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਵੱਡੀ ਕਹਾਣੀ ਹੋਵੇ ਤੇ ਜਿਹੜਾ ਵਿਅਕਤੀ ਉਸ ਨੂੰ ਸੁਣਾਉਂਦਾ ਹੈ ਉਹ ਫਿਰ ਆਪਣੇ ਮਨ ਦੇ ਭਾਵ, ਆਪਣੇ ਮਨ ਦੀ ਕਲਪਨਾ, ਆਪਣੇ ਮਨ ਦੀ ਧਾਰਨਾਵਾਂ ਉਹਦੇ ਨਾਲ ਜੋੜ ਦਿੰਦਾ ਹੈ। ਔਰ ਇਸੇ ਕਰਕੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਲੋਕਲ ਹਿਸਟਰੀ ਰਾਮ ਦੀ ਹੈ, ਰਾਵਣ ਦੀ ਹੈ, ਇਹ ਬਦਲਦੀ ਹੈ, ਵਿਗੜਦੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਯੂਪੀ ਬਿਹਾਰ ਦੇ ਵਿੱਚ ਇੱਕ ਜਗ੍ਹਾ ਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ, ਲੇਕਿਨ ਉਸ ਜਗ੍ਹਾ ਦੇ ਉੱਤੇ ਇੱਕ ਸ਼ਿਵਲਿੰਗ ਵੀ ਹੈ ਜਿਹੜਾ ਰਾਵਣ ਦੇ ਨਾਲ ਜੁੜਿਆ ਦਾ, ਰਾਵਣੇਸ਼ਵਰ ਸ਼ਿਵਲਿੰਗ। ਉਹ ਸ਼ਿਵਲਿੰਗ ਦੇ ਬਾਰੇ ਕਿਹਾ ਜਾਂਦਾ ਕਿਉਂਕਿ ਸ਼ਿਵਜੀ ਦਾ ਉਪਾਸਕ ਸੀ ਰਾਵਣ ਔਰ ਉਹ ਸ਼ਿਵਲਿੰਗ ਰਾਵਣ ਨੇ ਸਥਾਪਿਤ ਕੀਤਾ ਸੀਗਾ। ਸੋ ਇਸੇ ਤਰੀਕੇ ਦੇ ਨਾਲ ਰਾਵਣ ਦਹਨ ਦੀ ਗੱਲ ਕਰਦੇ ਹੋ, ਬਿਹਾਰ ਦੇ ਇੱਕ ਛੋਟੇ ਜਿਹੇ ਇਲਾਕੇ ਦੇ ਵਿੱਚ ਰਾਵਣ ਮਿੱਟੀ ਦਾ ਬਣਾਇਆ ਜਾਂਦਾ ਹੈ ਔਰ ਫਿਰ ਉਸ ਨੂੰ ਡਿਸਟਰੋਏ ਯਾਨੀ ਕਿ ਲਾਠੀਆਂ ਦੇ ਨਾਲ ਉਸ ਦੇ ਉੱਤੇ ਪ੍ਰਹਾਰ ਕੀਤਾ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਮੱਧ ਪ੍ਰਦੇਸ਼ ਦੇ ਵਿੱਚ ਇੱਕ ਅਲੱਗ ਪ੍ਰਥਾ ਹੈ। ਮੱਧ ਪ੍ਰਦੇਸ਼ ਦੇ ਵਿੱਚ ਵਿਦਿਸ਼ਾ ਨਾਮ ਦੀ ਜਗ੍ਹਾ ਦੇ ਕੋਲ ਇੱਕ ਜਗ੍ਹਾ ਹੈ ਜਿੱਥੇ ਉਹਨਾਂ ਨੇ ਤਾਂਬੇ ਦਾ ਰਾਵਣ ਬਣਾਇਆ ਦਾ ਸੀਗਾ, ਲੇਕਿਨ ਉਹ ਬਿਜਲੀ ਡਿੱਗਣ ਦੇ ਕਰਕੇ ਉਹ ਡਿਸਟਰੋਏ ਹੋ ਗਿਆ।
ਅੱਜ ਕੱਲ੍ਹ ਉਹ ਸੀਮੈਂਟ ਦਾ ਰਾਵਣ ਹੈ ਜੀ, ਉਹਦੇ ਵਿੱਚ ਬਲਬ ਵਗੈਰਾ ਜਗਦੇ ਰਹਿੰਦੇ ਹਨ ਜੀ, ਔਰ ਉਹਦੇ 'ਚ ਛਿੱਦਰ ਯਾਨੀ ਕਿ ਛੇਕ ਕੀਤੇ ਦੇ ਹਨ ਔਰ ਲੋਕ ਜਦੋਂ ਕੋਈ ਇਸ ਤਰ੍ਹਾਂ ਦਾ ਓਕੇਜ਼ਨ ਹੁੰਦਾ ਹੈ ਜੀ। ਤੇ ਉਹ ਪਟਾਕੇ ਵਗੈਰਾ ਉਹਨਾਂ ਛਿੱਦਰਾਂ ਦੇ ਵਿੱਚ ਭਰ ਕੇ ਕੋਈ ਆਤਿਸ਼ਬਾਜ਼ੀ ਜਾਂ ਜੋ ਕੋਈ ਹੋਰ ਹੈ ਜੀ, ਉਹ ਫਿਰ ਉੱਥੇ ਚਲਾਉਂਦੇ ਹਨ। ਸੋ ਇਹ ਜਿਹੜੀ ਦੋ ਤਰ੍ਹਾਂ ਦੀਆਂ ਚੀਜ਼ਾਂ ਜਿਸ ਨੂੰ ਮਤਲਬ ਅਲੱਗ-ਅਲੱਗ ਰਿਲੀਜਨਸ ਅਲੱਗ-ਅਲੱਗ ਜੀ। ਤਰੀਕੇ ਦੇ ਨਾਲ ਡਿਸਕ੍ਰਾਈਬ ਕੀਤਾ ਗਿਆ ਹੈ। ਜੀ। ਜਿੱਦਾਂ ਜ਼ੋਰੋਆਸਟਰਿਜ਼ਮ ਚ ਵਿੱਚ ਔਰਾ ਮਾਜਦਾ ਔਰ ਐਹਰੀਮਾਨ ਜਾਂ ਸਾਡੇ ਅਸੀਂ ਗੋਡ ਆਫ ਲਾਈਟ ਗੋਡ ਆਫ ਡਾਰਕਨੈਸ ਕਹਿ ਦਿੰਦੇ ਹਾਂ। ਜੀ। ਸੋ ਇਹ ਸਾਰੀ ਲਾਈਟ ਔਰ ਡਾਰਕਨੈਸ ਦੇ ਸੰਘਰਸ਼ ਦਾ ਜੀ। ਇਤਿਹਾਸ ਹੈ ਔਰ ਉਹ ਸਾਨੂੰ ਯਾਦ ਕਰਵਾਉਂਦਾ ਹੈ ਜੀ। ਕਿ ਇਹਨਾਂ ਦੇ ਵਿੱਚ ਇਹ ਝਗੜਾ ਲੜਾਈ ਚੱਲਦੀ ਰਹਿੰਦੀ ਹੈ। ਜੀ। ਵੈਸੇ ਡਾਰਕਨੈਸ ਨਾਂ ਦੀ ਕੋਈ ਚੀਜ਼ ਹੁੰਦੀ ਜੀ। ਨਹੀਂ, ਅੰਧਕਾਰ ਕੋਈ ਨਹੀਂ ਹੁੰਦਾ, ਲਾਈਟ ਆ ਜਾਂਦੀ ਹੈ, ਅੰਧਕਾਰ ਆਪਣੇ ਆਪ ਖਤਮ ਹੋ ਜਾਂਦਾ ਹੈ। ਬਿਲਕੁਲ। ਦੁਸਹਿਰਾ ਇਹ ਚੀਜ਼ ਸਾਨੂੰ ਯਾਦ ਕਰਵਾਉਂਦਾ ਹੈ। ਕਿਉਂਕਿ ਸਾਡਾ ਜਿਹੜਾ ਖਾਸ ਤੌਰ ਤੇ ਅਸੀਂ ਭਾਰਤੀਆਂ ਦੀ ਗੱਲ ਕਰੀਏ ਜਾਂ ਪੰਜਾਬੀਆਂ ਦੀ ਗੱਲ ਕਰੀਏ ਤਾਂ ਖਾਣਾ ਪੀਣਾ ਇਹਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਵਾ। ਗੱਲ ਕਰਦੇ ਆ ਜਲੇਬੀਆਂ ਦੀ, ਕਿਉਂਕਿ ਜਦੋਂ ਦੁਸਹਿਰੇ ਦੀ ਗੱਲ ਹੁੰਦੀ ਹੈ ਤਾਂ ਸਾਰੇ ਲੋਕੀ ਕਹਿੰਦੇ ਆ ਥੋੜਾ ਨਾ ਖਾਲੀ ਖਾਲੀ ਲੱਗ ਰਿਹਾ। ਖਾਲੀਪਨ ਕਿਉਂ ਲੱਗ ਰਿਹਾ? ਕਿਉਂਕਿ ਜਲੇਬੀਆਂ ਨਹੀਂ ਖਾਧੀਆਂ। ਮੈਨੂੰ ਲੱਗਦਾ ਕਿ ਇਹ ਜੇ ਮੈਂ ਗੱਲ ਨਾ ਕਰਾਂ ਤਾਂ ਸਾਡਾ ਪ੍ਰੋਗਰਾਮ ਅਧੂਰਾ ਰਹਿ ਜਾਣਾ। ਜਲੇਬੀਆਂ ਕਿਉਂ ਜੁੜੀਆਂ ਹੋਈਆਂ ਨੇ ਇਸ ਤਿਉਹਾਰ ਦੇ ਨਾਲ? ਦੁੱਧ ਜਲੇਬੀ ਦੀ ਪਰੰਪਰਾ ਪੰਜਾਬ 'ਚ ਰਹੀ ਜੀ। ਹੈ। ਤੁਸੀਂ ਦੇਖਿਆ ਹੋਵੇਗਾ ਕਿ ਕੋਈ ਅੱਛਾ ਓਕੇਜ਼ਨ ਹੋਵੇ, ਕੋਈ ਮਾੜਾ ਓਕੇਜ਼ਨ ਹੋਵੇ, ਜੀ, ਅੱਜ ਤੋਂ 40-50 ਸਾਲ ਪਹਿਲੇ ਤੇ ਜਲੇਬੀ ਦੇ ਬਿਨਾ ਕੋਈ ਕੰਮ ਹੁੰਦਾ ਨਹੀਂ ਸੀ, ਚੱਲਦਾ ਨਹੀਂ ਸੀਗਾ। ਜੀ। ਕਿਉਂਕਿ ਜਲੇਬੀ ਜਿਹੜੀ ਹੈ ਇਹ ਮਿਠਾਸ ਦਾ ਪ੍ਰਤੀਕ ਹੈ। ਜੀ। ਔਰ ਪ੍ਰਤੀਕ ਕੀ ਹੈ? ਉਹਦੀ ਸੱਚਾਈ ਹੈ। ਜਲੇਬੀ ਨੂੰ ਸੰਸਕ੍ਰਿਤ ਦੇ ਵਿੱਚ ਕੁੰਡਲਿਨੀ ਕਿਹਾ ਜਾਂਦਾ ਹੈਗਾ। ਜੀ। ਔਰ ਚਰਿਆ ਚੰਦਰੋਦੇ ਦੇ ਵਿੱਚ ਲਿਖਿਆ ਹੈ ਕਿ ਇਹਦਾ ਪ੍ਰਯੋਗ ਸਿਰ ਦਰਦ ਦੂਰ ਕਰਨ ਦੇ ਲਈ, ਇਹਦਾ ਪ੍ਰਯੋਗ ਅਰਸ਼ ਜਾਂ ਭਗੰਦਰ ਇਦਾਂ ਦੀਆਂ ਚੀਜ਼ਾਂ ਨੂੰ ਖਤਮ ਕਰਨ ਦੇ ਲਈ, ਔਰ ਇਹਦਾ ਪ੍ਰਯੋਗ ਗੈਸਟ੍ਰੋਇੰਟੇਸਟਾਈਨਲ ਜਿਹੜੀਆਂ ਪ੍ਰੋਬਲਮਸ ਹੈਗੀਆਂ ਪੇਟ ਦੇ ਨਾਲ ਸੰਬੰਧਿਤ ਉਹਨਾਂ ਨੂੰ ਦੂਰ ਕਰਨ ਦੇ ਲਈ ਕੀਤਾ ਜਾਂਦਾ ਹੈ। ਪਰ ਉਹ ਜਲੇਬੀ ਦੇਸੀ ਘਿਓ ਦੀ ਹੁੰਦੀ ਹੈ। ਪੰਜਾਬ ਦੇ ਵਿੱਚ ਇਹ ਪਰੰਪਰਾ ਥੋੜੀ ਜ਼ਿਆਦਾ, ਜਿੱਦਾਂ ਪੰਜਾਬ ਦੇ ਵਿੱਚ ਦੁੱਧ, ਦਹੀਂ, ਘਿਓ, ਲੱਸੀ ਦੀ ਪਰੰਪਰਾ ਬਹੁਤ ਹੈ। ਇਸੇ ਤਰੀਕੇ ਦੇ ਨਾਲ ਜਲੇਬੀ ਬਣਾਉਣ ਦੀ ਵੀ ਪਰੰਪਰਾ ਔਰ ਜਲੇਬੀ ਖਾਣ ਦੀ ਵੀ। ਔਰ ਇਹ ਜਲੇਬੀ ਦੇਖੋ, ਇਹ ਮੈਦੇ ਤੋਂ ਵੀ ਬਣੇਗੀ, ਆਟੇ ਤੋਂ ਵੀ ਬਣੇਗੀ, ਸੂਜੀ ਤੋਂ ਵੀ ਬਣੇਗੀ ਔਰ ਹੁਣ ਤੇ ਪਨੀਰ ਤੋਂ ਵੀ ਬਣਦੀ ਹੈ। ਅਲੱਗ-ਅਲੱਗ ਤਰ੍ਹਾਂ ਦੀ ਔਰ ਅਲੱਗ-ਅਲੱਗ ਕਲਰਸ ਦੇ ਵਿੱਚ ਜਦੋਂ ਇਸ ਨੂੰ ਬਣਾਇਆ ਜਾਂਦਾ ਹੈਗਾ ਤੇ ਉਹਦਾ ਸਰੀਰ ਤੇ ਵੀ ਅੱਛਾ ਇਫੈਕਟ ਹੁੰਦਾ ਹੈ। ਔਰ ਜਿਹਦਾ ਸਰੀਰ ਤੇ ਅੱਛਾ ਇਫੈਕਟ ਹੈ ਉਹਦਾ ਮਨ ਤੇ ਵੀ ਅੱਛਾ ਇਫੈਕਟ ਹੈ। ਬਿਲਕੁਲ। ਔਰ ਅਗਰ ਜਦੋਂ ਮਨ ਖੁਸ਼ ਹੈ ਤੇ ਫਿਰ ਸਭ ਕੁਝ ਠੀਕ ਹੈ। ਬਿਲਕੁਲ। ਕਹਿੰਦੇ ਨੇ ਸਾਡਾ ਜਿਹੜਾ ਦੁਸਹਿਰਾ ਮਨਾਉਣ ਦਾ ਸਵਰੂਪ ਹੈ ਨਾ ਉਹ ਲਗਾਤਾਰ ਡਾਕਟਰ ਸਾਹਿਬ ਬਦਲਦਾ ਜਾ ਰਿਹਾ ਹੈ। ਤੁਸੀਂ ਜਿੱਦਾਂ ਪਹਿਲਾਂ ਜ਼ਿਕਰ ਵੀ ਕੀਤਾ ਕਿ ਹੁਣ ਘਰ ਘਰ ਵਿੱਚ ਰਾਵਣ ਪੈਦਾ ਹੋ ਗਏ ਨੇ। ਅਸੀਂ ਵੇਖਦੇ ਹਾਂ ਕਿ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਸਾਨੂੰ ਪਤਾ ਸੀ ਵੀ ਦੁਸਹਿਰਾ ਗਰਾਊਂਡ ਆ। ਸ਼ਾਇਦ ਤੁਹਾਡੇ ਸਮੇਂ ਦੇ ਵਿੱਚ ਵੀ ਇਹੀ ਕੁਝ ਹੁੰਦਾ ਹੋਵੇ ਕਿ ਇੱਕ ਸ਼ਹਿਰ ਦੇ ਵਿੱਚ ਇੱਕ ਜਾਂ ਦੋ ਵੱਧ ਤੋਂ ਵੱਧ 3 ਜਗ੍ਹਾ ਤੇ ਦੁਸਹਿਰਾ ਮਨਾਇਆ ਜਾਂਦਾ ਸੀ। ਤਾਂ ਹੁਣ ਦੇਖਦੇ ਹਾਂ ਕਿ ਹਰ ਘਰ, ਹਰ ਗਲੀ, ਹਰ ਮੁਹੱਲੇ ਦੇ ਵਿੱਚ ਜਿਹੜਾ ਰਾਵਣ ਆ ਉਹ ਦਹਨ ਕੀਤਾ ਜਾਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਸਾਡੇ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਢਾਹ ਲਗਾਉਂਦਾ ਪਿਆ? ਦੇਖੋ, ਇੱਕ ਦੁਸਹਿਰੇ ਦਾ ਐਸਪੈਕਟ ਹੈ ਸੈਲੀਬ੍ਰੇਸ਼ਨ ਜੀ, ਕਿ ਅਸੀਂ ਇਹਨੂੰ ਮਨਾਉਂਦੇ ਹਾਂ, ਜੀ, ਅਸੀਂ ਇੰਜੋਏ ਕਰਦੇ ਹਾਂ, ਜੀ, ਮਜ਼ਾ ਲੈਂਦੇ ਹਾਂ। ਜੀ। ਔਰ ਇਹਦਾ ਇੱਕ ਦੂਸਰਾ ਐਸਪੈਕਟ ਹੈ ਐਥੀਕਲ, ਯਾਨੀ ਕਿ ਨੈਤਿਕ, ਜੀ, ਜਿਹਦੇ ਵਿੱਚ ਇਹ ਹੈ ਕਿ ਦੁਸਹਿਰਾ ਕਿਸ ਚੀਜ਼ ਕਰਕੇ ਮਨਾਇਆ ਜਾਂਦਾ ਹੈ ਉਸ ਨੂੰ ਅਸੀਂ ਸਮਝਦੇ ਹਾਂ ਔਰ ਫਿਰ ਉਹਨਾਂ ਗੱਲਾਂ ਨੂੰ ਨਹੀਂ ਕਰਨ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਗੱਲਾਂ ਕਰਕੇ ਦੁਸਹਿਰਾ ਮਨਾਇਆ ਜਾਂਦਾ ਹੈ। ਯਾਨੀ ਕਿ ਰਾਵਣ ਨੂੰ, ਮੇਘਨਾਥ ਨੂੰ, ਕੁੰਭਕਰਨ ਨੂੰ ਜਲਾਇਆ ਜਾਂਦਾ ਹੈ। ਜੀ। ਅਲੱਗ-ਅਲੱਗ ਜਗ੍ਹਾ ਦੇ ਉੱਤੇ ਦੁਸਹਿਰਾ ਜਿਹੜਾ ਅੱਜ ਕੱਲ੍ਹ ਮਨਾਇਆ ਜਾ ਰਿਹਾ ਹੈ, ਜਿਹੜੇ ਬੁੱਤ ਲਗਾ ਕੇ ਆਤਿਸ਼ਬਾਜ਼ੀ ਦੇ ਨਾਲ ਇਹ ਸਭ ਕੁਝ ਕੀਤਾ ਜਾ ਰਿਹਾ ਹੈ, ਜੀ। ਇਹਦਾ ਪਰਪਸ, ਇਹਦਾ ਰੂਪ ਜਿਹੜਾ ਹੈ ਇਹ ਸੈਲੀਬ੍ਰੇਸ਼ਨ ਵਾਲਾ ਹੈ। ਜੀ। ਅਸੀਂ ਸਿਰਫ ਇੰਜੋਏ ਕਰ ਰਹੇ ਹਾਂ, ਜੀ। ਇਸ ਤੋਂ ਸਬਕ ਨਹੀਂ ਸਿੱਖ ਰਹੇ। ਜੀ। ਅਸਲੀ ਗੱਲ ਸਬਕ ਸਿੱਖਣ ਦੀ ਹੈ। ਔਰ ਖਾਸ ਤੌਰ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਦੋਂ ਨੈਤਿਕ ਕਦਰਾਂ ਕੀਮਤਾਂ ਬਹੁਤ ਘਟ ਰਹੀਆਂ ਹਨ, ਜੀ। ਤੇ ਮੈਂ ਸ਼ੁਰੂ ਦੇ ਵਿੱਚ ਵੀ ਇਹ ਕਿਹਾ ਸੀ ਕਿ ਰਾਵਣ ਕਿਸੇ ਇੱਕ ਵਿਅਕਤੀ ਦਾ ਨਾਮ ਨਹੀਂ ਹੈ। ਜੀ। ਰਾਵਣ ਦੁਸ਼ਟ ਪ੍ਰਵਿਰਤੀਆਂ ਦਾ ਨਾਮ ਹੈ। ਜੀ। ਉਹ ਪ੍ਰਵਿਰਤੀਆਂ ਜਿਹੜੀਆਂ ਸਾਡੇ ਅੰਦਰ ਦਾਖਲ ਹੋ ਜਾਂਦੀਆਂ ਹਨ, ਜਿਸ ਤਰ੍ਹਾਂ ਕੈਂਸਰ ਦੇ ਸੈੱਲ ਹੈਗੇ ਆ, ਉਸ ਤਰ੍ਹਾਂ ਫਿਰ ਡਿਵੈਲਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਔਰ ਸਾਨੂੰ ਨੈਤਿਕ ਤੌਰ ਤੇ ਖਤਮ ਕਰਦੀਆਂ। ਔਰ ਨੈਤਿਕ ਪਤਨ ਦੇ ਬਾਅਦ ਇਨਸਾਨ ਅਸਲੀ ਤੌਰ ਤੇ ਖਤਮ ਹੋ ਜਾਂਦਾ ਹੈ। ਇਫ ਕਰੈਕਟਰ ਇਜ਼ ਲੋਸਟ, ਐਵਰੀਥਿੰਗ ਇਜ਼ ਲੋਸਟ। ਅਸੀਂ ਬਚਪਨ 'ਚ ਇਹ ਪੜ੍ਹਦੇ ਰਹੇ ਹਾਂ ਆਪਣੀਆਂ ਕਿਤਾਬਾਂ ਦੇ ਵਿੱਚ। ਸੋ ਰਾਵਣ ਦਾ ਜਲਾਣਾ ਇੱਕ ਸੈਲੀਬ੍ਰੇਸ਼ਨ ਹੈ, ਲੇਕਿਨ ਆਪਣੇ ਅੰਦਰ ਰਾਵਣ ਨੂੰ ਪੈਦਾ ਨਾ ਹੋਣ ਦੇਣਾ ਇਹ ਇਸ ਤੋਂ ਇੱਕ ਸਬਕ ਹੈ। ਔਰ ਇਹਦੇ ਲਈ ਅਨੁਸ਼ਠਾਨ ਹੈ, ਯੱਗ ਹੈ, ਵਰਤ ਹੈ। ਨਵਰਾਤਰਿਆਂ ਦੇ ਜਿਹੜੇ ਵਰਤ ਕੀਤੇ ਜਾਂਦੇ ਆ, ਤੁਸੀਂ ਦੇਖੋ ਨਵਰਾਤਰਿਆਂ 'ਚ ਕੰਨਿਆ ਪੂਜਨ ਇਸੇ ਕਰਕੇ ਕੀਤਾ ਜਾਂਦਾ ਹੈ ਤਾਂ ਕਿ ਸਾਡੇ ਅੰਦਰ ਉਹ ਦੁਸ਼ਟ ਪ੍ਰਵਿਰਤੀਆਂ ਜਿਹੜੀਆਂ ਬੱਚੀਆਂ ਘਰ 'ਚ ਆਉਂਦੀਆਂ ਮੁਹੱਲੇ ਦੀਆਂ, ਉਹ ਸਾਡੀਆਂ ਬੱਚੀਆਂ, ਅਸੀਂ ਉਹਨਾਂ ਦੇ ਪੈਰ ਧੋਨੇ ਆ,
ਉਹਨਾਂ ਨੂੰ ਕਲਾਵਾ ਬੰਨ੍ਹਦੇ ਆ, ਉਹਨਾਂ ਦੇ ਸਿੰਦੂਰ ਲਗਾਉਂਦੇ ਆ, ਜੀ। ਉਹਨਾਂ ਦੀ ਪੂਜਾ ਕਰਦੇ ਆ, ਜੀ। ਜਿਸ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਇੱਕ ਗਲਤ ਸਿੰਬਲ ਦੇ ਤੌਰ ਤੇ, ਸਰੀਰਕ ਤੌਰ ਤੇ ਨਹੀਂ ਦੇਖਿਆ ਜਾ ਰਿਹਾ। ਜੀ। ਇਹਨਾਂ ਨੂੰ ਅਸੀਂ ਦੇਖਦੇ ਹਾਂ ਸ਼ਕਤੀ ਦੇ ਰੂਪ ਦੇ ਵਿੱਚ, ਬਿਲਕੁਲ। ਕਿ ਜਿਹੜੀ ਸ਼ਕਤੀ ਪੂਰੇ ਦੁਨੀਆ ਨੂੰ ਜਨਮ ਦਿੰਦੀ ਹੈ ਔਰ ਦੁਨੀਆ ਨੂੰ ਚਲਾ ਰਹੀ ਹੈ, ਜੀ। ਉਹਦਾ ਰੂਪ ਇਸਤਰੀ ਹੈ। ਜੀ ਬਿਲਕੁਲ। ਮਨੂ ਸਮ੍ਰਿਤੀ ਚ ਇਹ ਕਿਹਾ ਗਿਆ ਹੈ, ਯਤਰ ਨਾਰਯਸਤੂ ਪੂਜਨਤੇ ਰਮਨਤੇ ਤਤਰ ਦੇਵਤਾ, ਜਿੱਥੇ ਨਾਰੀ ਦੀ ਪੂਜਾ ਹੁੰਦੀ ਹੈ ਜੀ। ਉੱਥੇ ਦੇਵਤਾ ਵੀ ਨਿਵਾਸ ਕਰਦੇ ਹਨ। ਜੀ ਬਿਲਕੁਲ। ਸੋ ਇਹ ਦੇਵਤਾ ਜਿਹੜੇ ਹੈ ਇਹ ਬੱਚੀ ਦੇ ਰੂਪ ਦੇ ਵਿੱਚ ਨਵਰਾਤਰਿਆਂ 'ਚ ਹੈ, ਔਰ ਦੁਸ਼ਹਿਰੇ ਦੇ ਬਾਅਦ ਫਿਰ ਇੱਕ ਜਦੋਂ ਵਿਕਸਿਤ ਰੂਪ 'ਚ ਅਸੀਂ ਦੇਖਦੇ ਹੈਗੇ ਹਾਂ, ਜੀ। ਤੇ ਇਹ ਸਾਨੂੰ ਹਰ ਤਰੀਕੇ ਦੇ ਨਾਲ ਇਸਤਰੀ ਜਿਹੜੀ ਹੈ ਉਹ ਮਦਦਗਾਰ ਸਾਬਿਤ ਹੁੰਦੀ ਹੈ। ਜੀ। ਇਸ ਨੂੰ ਇਹ ਸਮਝਣਾ ਔਰ ਇਸਤਰੀ ਦੇ ਅਲੱਗ-ਅਲੱਗ ਰੂਪਾਂ ਨੂੰ ਸਮਝਣਾ, ਜੀ। ਇਹ ਸਾਰੀ ਦੁਸ਼ਹਿਰੇ ਦਾ ਇੱਕ ਮੈਂ ਸਮਝਦਾ ਬਹੁਤ ਵੱਡਾ ਇੱਕ ਮੋਰਲ ਲੈਸਨ ਹੈ। ਜੀ। ਸੋ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ, ਖਾਸ ਤੌਰ ਤੇ ਇਸ ਤਿਉਹਾਰ ਦੇ ਉੱਤੇ? ਇਸ ਤਿਉਹਾਰ ਦਾ ਸਭ ਤੋਂ ਅੱਛਾ ਸੰਦੇਸ਼ ਇਹੀ ਹੈ ਕਿ ਇਹਨੂੰ ਸਿਰਫ ਇੱਕ ਸੈਲੀਬ੍ਰੇਸ਼ਨ ਦੇ ਤੌਰ ਤੇ ਨਾ ਲਿੱਤਾ ਜਾਏ, ਜੀ। ਸਿਰਫ ਦੁੱਧ ਜਲੇਬੀ ਖਾਣ ਦੇ ਲਈ ਜਾਂ ਕਚੌਰੀ ਪਕੌੜੀ ਖਾਣ ਦੇ ਲਈ ਇਹਨੂੰ ਯੂਜ਼ ਨਾ ਕੀਤਾ ਜਾਏ, ਜੀ। ਜਾਂ ਦੁਸਹਿਰੇ ਨੂੰ ਸਿਰਫ ਇੱਕ ਮੇਲੇ ਦੇ ਰੂਪ ਦੇ ਵਿੱਚ ਨਾ ਦੇਖਿਆ ਜਾਏ, ਜੀ। ਬਲਕਿ ਦੁਸਹਿਰੇ ਦੀਆਂ ਜਿਹੜੀਆਂ ਵੈਲਿਊਜ਼ ਹੈ, ਜੀ। ਦਸ਼ਵਿਧ ਪਾਪ ਨੂੰ ਖਤਮ ਕਰਨ ਦਾ ਇੱਕ ਪ੍ਰਣ ਜਿਹੜਾ ਹੈ ਉਹ ਲਿੱਤਾ ਜਾਏ। ਜੀ। ਆਪਣੇ ਅੰਦਰ ਡਿਪਰੈਸ਼ਨ ਖਤਮ ਕਰਕੇ ਜਿਹੜੀ ਵਿਜੈ ਦੀ ਭਾਵਨਾ ਹੈ, ਜੀ। ਇਹ ਵਿਜੇ ਦਸ਼ਮੀ ਹੈ, ਜੀ। ਉਸ ਭਾਵਨਾ ਨੂੰ ਪੈਦਾ ਕੀਤਾ ਜਾਏ। ਔਰ ਜਦੋਂ ਉਹ ਭਾਵਨਾ ਵਿਜੇ ਦੀ ਜਿੱਤ ਦੀ ਭਾਵਨਾ ਪੈਦਾ ਹੋ ਜਾਏਗੀ, ਜੀ। ਤੇ ਫਿਰ ਸ਼ੁਭ ਕਰਮਨ ਤੇ ਕਬੂ ਨਾ ਡਰੂ, ਜੀ। ਔਰ ਫਿਰ ਹਰ ਵੇਲੇ ਅਸੀਂ ਆਪਣੀ ਜਿੱਤ ਪ੍ਰਾਪਤ ਕਰਾਂਗੇ, ਜੀ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੁੰਦੇ ਸੀ। ਜੀ ਬਿਲਕੁਲ ਜੀ, ਬਹੁਤ ਚੰਗਾ ਲੱਗਾ ਤੁਸੀਂ ਇੰਨੀ ਜਾਣਕਾਰੀ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ। ਸੋ ਸਟੂਡੀਓ ਵਿੱਚ ਆਉਣ ਲਈ ਇਹ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਸ਼ੁਕਰੀਆ।